ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਤੁਹਾਡੇ ਨਾਲ ਅੱਜ 3 ਖਬਰਾਂ ਸਾਂਝੀਆਂ ਕਰਨ ਦੇ ਲਈ। ਸਭ ਤੋਂ ਪਹਿਲਾਂ ਅੱਜ ਇਮੀਗ੍ਰੇਸ਼ਨ ਸੰਬੰਧੀ ਇੱਕ ਖਾਸ ਗੱਲਬਾਤ ਕਰਨੀ ਹੈ। ਅਸੀਂ TPSG ਇਮੀਗ੍ਰੇਸ਼ਨ ਤੋਂ ਤੇਜਿੰਦਰਪਾਲ ਸਿੰਘ ਗਰੇਵਾਲ ਹੋਣਾ ਦੇ ਨਾਲ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟ ਆਉਂਦੇ ਆ, ਉਹਨਾਂ ਦੇ ਪੱਕੇ ਹੋਣ ਦਾ ਪ੍ਰੋਸੀਜਰ ਕੀ ਹੁੰਦਾ, ਕਿਹੜੀਆਂ-ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ, ਉਹਨਾਂ ਨਾਲ ਅਸੀਂ ਗੱਲਬਾਤ ਕੀਤੀ। ਆਓ ਤੁਹਾਨੂੰ ਸੁਣਾਉਂਦੇ ਹਾਂ। ਕੈਨੇਡਾ ਦੇ ਵਿੱਚ ਬਹੁਤ ਸਾਰੇ ਸਟੂਡੈਂਟ ਪੜ੍ਹਨ ਦੇ ਲਈ ਆਉਂਦੇ ਆ, ਫਿਰ ਇੱਥੇ ਆ ਕੇ ਕੰਮ ਕਰਦੇ ਆ ਤੇ ਫਿਰ ਪੱਕੇ ਹੋ ਜਾਂਦੇ ਆ। ਇਹ ਪ੍ਰੋਸੈਸ ਦੇ ਵਿੱਚ ਕਈ ਵਾਰੀ ਇਹ ਸਟੂਡੈਂਟਸ ਨੂੰ ਐਕਸਪਲੋਇਟ ਕੀਤਾ ਜਾਂਦਾ ਕੰਮ ਦੇ ਮਾਮਲੇ ਵਿੱਚ। 3-4 ਗੱਲਾਂ ਸੁਣਨ ਨੂੰ ਮਿਲਦੀਆਂ। ਕੁਝ ਲੋਕ ਕਹਿੰਦੇ ਆ ਵੀ ਜਿਹੜੇ EMPLOYER ਆ ਉਹਦੇ ਕੋਲੋਂ ਕੋਈ ਲੈਟਰ ਲੈਣੀ ਹੁੰਦੀ ਆ ਤੇ ਉਹ ਲੈਟਰ ਲੈਣ ਦੇ ਲਈ ਫਿਰ ਇਹਨਾਂ ਨੂੰ ਕਈ ਵਾਰੀ ਘੱਟ ਵੇਜਸ ਤੇ ਉੱਥੇ ਕੰਮ ਕਰਨਾ ਪੈਂਦਾ। ਕਈ ਵਾਰੀ ਕੋਈ ਇੱਕ LMIA ਸ਼ਬਦ ਆ, ਇਹ ਬਹੁਤ ਵਰਤੋਂ ਦੇ ਵਿੱਚ ਆਉਂਦਾ ਕਿ ਉਹਨੂੰ LMIA ਲਈ ਕਿਸੇ ਨਾ ਕਿਸੇ ਗਲਤ ਤਰੀਕੇ ਲਈ ਜਾਣਾ ਪੈਂਦਾ। ਬਹੁਤੇ ਸਟੂਡੈਂਟਸ ਨੂੰ ਸੁਣੀਆਂ ਸੁਣਾਈਆਂ ਗੱਲਾਂ ਇੱਕ ਦੂਜੇ ਤੋਂ ਕਰਦੇ ਆ, ਜਾਣਕਾਰੀ ਨਹੀਂ ਹੁੰਦੀ। ਅਸੀਂ ਅੱਜ ਇਹ ਜਾਣਨਾ ਚਾਹੁੰਦੇ ਹਾਂ ਕਿ ਇੱਕ ਸਟੂਡੈਂਟ ਜਦੋਂ ਕੈਨੇਡਾ ਦੇ ਵਿੱਚ ਆ ਗਿਆ, ਉਹਨੇ ਇੱਥੇ ਆ ਕੇ ਪੱਕਾ ਹੋਣਾ ਆ। ਪੜ੍ਹਾਈ ਜਦੋਂ ਉਹਨੇ ਪੂਰੀ ਕਰ ਲਈ, ਉਸ ਤੋਂ ਬਾਅਦ ਉਹ ਚਾਹੁੰਦਾ ਆ ਕਿ ਮੈਂ ਕੈਨੇਡਾ ਦੇ ਵਿੱਚ ਰਹਾਂ। ਇਹ ਪ੍ਰੋਸੈਸ ਕੀ ਆ, ਇਹਦੇ ਵਿੱਚ EMPLOYER ਦੇ ਹੱਥ 'ਚ ਕੀ ਆ? ਜੇ ਉਹ ਕਿਤੇ ਕੰਮ ਕਰਦਾ, ਉਹ ਬੰਦਾ ਉਹਨੂੰ ਕੋਈ ਲੈਟਰ ਨਹੀਂ ਦਿੰਦਾ ਤਾਂ ਉਹਦਾ ਨੁਕਸਾਨ ਕੀ ਹੋ ਸਕਦਾ? ਜੇ ਉਹ ਵੈਨਕੂਵਰ ਦੇ ਵਿੱਚ ਕੰਮ ਕਰ ਰਿਹਾ, ਇਹਦੇ 'ਚ ਉਹਨੂੰ ਫਾਇਦਾ ਆ, ਜਾਂ ਉਹ ਕਲੋਨੇ ਕੰਮ ਕਰ ਰਿਹਾ, ਇਹਦੇ 'ਚ ਉਹਨੂੰ ਫਾਇਦਾ ਆ? ਆਈਲੈਟਸ ਕਿੰਨਾ ਕੁ ਰੋਲ ਪਲੇ ਕਰਦਾ ਆ? ਉਹਦੇ ਜਿਹੜੀ ਮੰਨ ਲਓ ਉਹ ਊਬਰ ਚਲਾਉਂਦਾ ਆ, ਉਹਦਾ ਕਿੰਨਾ ਕੁ ਫਾਇਦਾ ਆ? ਜਾਂ ਉਹ ਆਪਣੀ ਕਈ ਵਿਦਿਆਰਥੀ ਜਿਹੜੇ ਉਹ ਡਿਪਲੋਮੇ ਲਈ ਪੜ੍ਹਨ ਆਉਂਦੇ ਆ, ਕਈ ਡਿਗਰੀ ਲਈ ਪੜ੍ਹਨ ਆਉਂਦੇ ਆ। ਇਹਦਾ ਪੱਕੇ ਹੋਣ 'ਚ ਕੀ ਫਰਕ ਪੈਂਦਾ? ਬਿਨਾਂ ਕਿਸੇ EMPLOYER ਦੀ ਮਦਦ ਤੋਂ, ਬਿਨਾਂ ਕਿਸੇ LMIA ਵਾਲੇ ਚੱਕਰ ਤੋਂ ਇੱਕ ਸਧਾਰਨ ਪੜ੍ਹ ਆਇਆ ਵਿਦਿਆਰਥੀ ਜੇਕਰ ਇੱਥੇ ਪੜ੍ਹਦਾ ਆ ਤਾਂ ਉਹ ਪੱਕਾ ਹੋ ਸਕਦਾ? ਇਸ ਸੰਬੰਧੀ ਅਸੀਂ ਜਾਣਕਾਰੀ ਲੈਣ ਦੇ ਲਈ ਅੱਜ TPSG ਇਮੀਗ੍ਰੇਸ਼ਨ ਤੇ ਤੇਜਿੰਦਰ ਸਿੰਘ ਹੋਣਾ ਦੇ ਕੋਲ ਆਏ ਹਾਂ। ਤੇਜਿੰਦਰ ਜੀ, ਸਾਨੂੰ ਦੱਸਿਓ, ਇਹ ਜਿਹੜੇ ਸਟੂਡੈਂਟ ਆਉਂਦੇ ਆ ਬਿਨਾਂ EMPLOYER ਦੀ ਮਦਦ ਤੋਂ ਪੱਕੇ ਹੋ ਸਕਦੇ ਹੁੰਦੇ? EMPLOYER ਦਾ ਇਹਦੇ 'ਚ ਕੀ ਰੋਲ ਆ ਜਿਹਦੇ ਕੋਲੋਂ ਉਹ ਕੰਮ ਕਰਦੇ ਆ? ਹਾਂਜੀ, ਮੈਂ ਦੱਸਦਾ ਜੀ। ਪੱਕੇ ਹੋ ਸਕਦੇ ਜੀ। ਪਹਿਲਾਂ ਤਾਂ ਸਭ ਤੋਂ ਬੇਸਿਕ ਸਟੈਪ ਤੋਂ ਆਪਾਂ ਚੱਲਦੇ ਹਾਂ। ਇੱਥੇ ਜਦੋਂ ਵੀ ਕੋਈ ਸਟੂਡੈਂਟ ਆਉਂਦਾ ਇੱਥੇ, ਉਹਨੂੰ ਜਦੋਂ ਜਿਹੜੇ ਕਾਲਜ 'ਚ ਐਡਮਿਸ਼ਨ ਲੈਣੀ, ਉਹਨੂੰ ਘੋਖ ਪੜਤਾਲ ਕਰਨੀ ਜ਼ਰੂਰੀ ਆ ਵੀ ਮੇਰਾ ਕਾਲਜ ਆਫਟਰ ਸਟੱਡੀਜ਼ ਮੈਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੂਗਾ ਕਿ ਨਹੀਂ ਮਿਲੂਗਾ। ਜੇ ਉਹ ਇਸ ਤਰ੍ਹਾਂ ਦੇ ਕਾਲਜ ਦੇ ਵਿੱਚ ਐਡਮਿਸ਼ਨ ਲੈ ਲੈਂਦਾ ਆਫਟਰ ਸਟੱਡੀਜ਼, ਉਹਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲਦਾ ਤਾਂ ਉਹ ਕਦੇ ਵੀ ਪੱਕਾ ਨਹੀਂ ਹੋ ਸਕਦਾ। ਇਹ ਕਾਲਜ ਹੁੰਦੇ ਆ ਵੀ ਜਿੱਥੇ ਐਡਮਿਸ਼ਨ ਮਿਲ ਗਈ ਉਹ ਪੜ੍ਹਦਾ ਤੇ ਵਰਕ ਪਰਮਿਟ ਨਾ ਮਿਲੇ? ਬਹੁਤ ਤਰ੍ਹਾਂ ਦੇ ਕਾਲਜ ਹੈਗੇ ਆ, ਅਤੇ ਕਾਲਜਾਂ ਦੇ ਵਿੱਚ ਹੋਰ ਵੀ ਡੀਟੇਲ ਹੈਗੀ ਹੈ। ਕੈਨੇਡਾ ਗੌਰਮੈਂਟ ਦੀ ਵੈਬਸਾਈਟ 'ਤੇ cic.gc.ca 'ਤੇ ਹੈਗੀ ਹੈ। ਅਤੇ ਇਹਦੇ 'ਚ ਉੱਥੇ ਕੀ ਕੀਤਾ, ਉਹਨਾਂ ਨੇ ਪ੍ਰੋਪਰਲੀ ਡਿਕਲੇਅਰ ਕੀਤਾ ਹੋਇਆ ਵੀ ਇਹ ਕਾਲਜ ਆਫਟਰ ਸਟੱਡੀਜ਼ PGWP ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇਣ ਦੇ ਐਲੀਜੀਬਲ ਹੈਗਾ ਜਾਂ ਨਹੀਂ ਹੈਗਾ। ਅਤੇ ਉਸ ਤੋਂ ਬਾਅਦ ਉਹਦੀ ਡੀਟੇਲਸ ਦੇ ਵਿੱਚ ਜਾ ਕੇ ਜੇ ਉਹ ਕਾਲਜ 10 ਕੋਰਸ ਕਰਾਉਂਦਾ, ਇਹ ਵੀ ਹੋ ਸਕਦਾ ਵੀ ਸਿਰਫ 2 ਦੇ ਲਈ ਉਹ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਐਲੀਜੀਬਲ ਆ। 8 ਕੋਰਸਾਂ ਦੇ ਵਿੱਚ ਤੁਸੀਂ ਐਡਮਿਸ਼ਨ ਲੈ ਲਈ, ਕਾਲਜ DLI ਹੈਗਾ, ਡੈਜ਼ਿਗਨੇਟਡ ਲਰਨਿੰਗ ਇੰਸਟੀਚਿਊਟ ਕਹਿ ਦਿੰਦੇ ਆ। ਪਰ ਜੇ ਉਹ ਕਾਲਜ ਜਿਹੜਾ ਉਹ ਕੋਰਸ ਜਿਹੜੇ ਆ ਪਰਟੀਕੂਲਰ ਉਹਦੇ ਲਈ PGWP ਅਲਾਉਡ ਨਹੀਂ ਹੈਗਾ ਤਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲਦਾ। ਫਿਰ ਉਹਦਾ ਦੂਜਾ ਹੱਲ LMIA ਵਗੈਰਾ ਜੋ ਵੀ ਤੁਸੀਂ ਅਦਰ ਦੂਜੇ ਢੰਗ ਨੇ ਉਹ ਹੋ ਸਕਦਾ। ਕੋਈ ਕਿਸੇ ਨਾਲ ਮੈਰਿਜ ਕਰਵਾ ਲਵੇ ਇੱਥੋਂ ਦੇ PR ਦੇ ਨਾਲ। ਇੱਕ ਹੋਰ ਗੱਲ ਦੱਸਿਓ, ਉਹਦੇ ਵਿੱਚ ਕੁਛ ਨਿਆਣੇ ਡਿਪਲੋਮਾ ਕਰ ਲਈ ਆਉਂਦੇ ਆ, ਕੁਛ ਜ਼ਿਆਦਾ ਲੰਬੀ ਡਿਗਰੀ ਕਰਨ ਦੇ ਲਈ ਆਉਂਦੀ, ਇਹਦਾ ਵਰਕ ਪਰਮਿਟ 'ਚ ਕੋਈ ਫਰਕ ਪੈਂਦਾ? ਹਾਂਜੀ, ਇਹਦੇ 'ਚ ਵਰਕ ਪਰਮਿਟ ਦੇ ਵਿੱਚ ਇਹ ਫਰਕ ਪੈਂਦਾ ਜੀ। ਜਿਹੜੇ ਜਿੰਨੀ ਸਟੱਡੀ ਆ ਉਹਨਾਂ ਤੋਂ ਵਰਕ ਪਰਮਿਟ ਉਹਨਾਂ ਨੇ ਦੇਣਾ ਹੀ ਦੇਣਾ ਤੁਹਾਨੂੰ। ਦੱਸੇ 2 ਸਾਲ ਦਾ ਕੋਰਸ ਆ, 2 ਸਾਲ ਦਾ ਵਰਕ ਪਰਮਿਟ ਮਿਲ ਜਾਣਾ। ਜੇ 3 ਡਿਗਰੀ ਪ੍ਰੋਗਰਾਮ ਆ ਉਹਦੇ 'ਚ 3 ਸਾਲ ਦਾ ਵੀ ਵਰਕ ਪਰਮਿਟ ਮਿਲਦਾ। ਇੱਕ ਵਰਕ ਪਰਮਿਟ ਦੀ ਡਿਊਰੇਸ਼ਨ ਵੱਧ ਜਾਂਦੀ ਆ ਡਿਗਰੀ ਅਤੇ ਡਿਪਲੋਮੇ ਦੇ ਵਿੱਚ। ਇਹਦੇ ਵਿੱਚ ਹੁਣ ਵਰਕ ਪਰਮਿਟ, ਚਲੋ ਉਹਨੇ ਜੋ ਸਟੂਡੈਂਟ ਨੇ ਪੜ੍ਹਾਈ ਪੂਰੀ ਕਰ ਲਈ, ਹੁਣ ਉਹਨੂੰ ਵਰਕ ਪਰਮਿਟ ਮਿਲ ਗਿਆ ਤੇ ਉਹਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਹੁਣ ਪੱਕੇ ਹੋਣ ਲਈ ਅਗਲਾ ਸਟੈਪ ਕੀ ਹੈ? ਹਾਂਜੀ, ਉਹਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਹਦੇ 'ਚ 2-3 ਤਰ੍ਹਾਂ ਦੀਆਂ ਕਲਾਸਿਸ ਆਉਂਦੀਆਂ ਨੇ ਸਟਰੀਮ। ਪਹਿਲਾਂ ਤਾਂ ਉਹਨੇ ਫੈਡਰਲ ਦੇ ਵਿੱਚ 1 ਸਾਲ ਕੰਮ ਕਰਕੇ ਉਹਨੇ ਜਿਹੜੀ ਐਕਸਪ੍ਰੈਸ ਐਂਟਰੀ ਉਹਦੇ 'ਚ ਆਪਣਾ ਪ੍ਰੋਫਾਈਲ ਕ੍ਰੀਏਟ ਕਰ ਸਕਦਾ। ਜੇ ਉਹ ਆਈਲੈਟਸ ਦੇ ਸਕੋਰ ਗੁੱਡ ਨੇ ਅਤੇ ਉੱਥੇ ਉਹਦੇ ਪੁਆਇੰਟ ਬਣ ਜਾਣਗੇ। ਪਰ ਕਈ ਵਾਰੀ ਉਸ CRS ਸਕੋਰ ਦੇ ਪੂਰਾ ਨਾ ਹੋਣ ਦੇ ਕਰਕੇ ਉਹਦੀ ਫਾਈਲ ਉੱਥੇ ਹੀ ਰਹਿ ਸਕਦੀ ਹੈ। ਪਰ ਜੇ ਇੱਥੇ ਉਹ ਕੰਮ ਕਰਦਾ, ਜਿਸ ਪੋਜੀਸ਼ਨ 'ਤੇ ਕਰਦਾ, ਜਿਸ ਰੀਜਨ ਦੇ ਵਿੱਚ ਕਰਦਾ, ਉਹਦੇ ਬੇਸ ਦੇ ਉੱਤੇ BCPNP ਥਰੂ ਉਹਦੀ ਫਾਈਲ ਦੇ ਵਿੱਚ ਉਹਦੇ ਪੁਆਇੰਟ ਵੱਧ ਸਕਦੇ ਆ, ਜਿਹੜੇ ਕਿ ਜੇ PNP ਦੇ ਵਿੱਚ ਉਹਦੀ ਸਿਲੈਕਸ਼ਨ ਹੋ ਜਾਂਦੀ ਆ ਅਤੇ ਫਾਈਲ ਅਪਰੂਵ ਹੋ ਜਾਂਦੀ ਆ ਤਾਂ ਜਿਹੜੀ ਐਕਸਪ੍ਰੈਸ ਐਂਟਰੀ ਆ ਉਹਦੇ ਵਿੱਚ ਉਹਦੇ 600 ਪੁਆਇੰਟ ਐਡ ਹੋ ਜਾਣਗੇ। ਮੇਨ ਚੀਜ਼ ਹੁਣ ਹੈਗੀ ਆ BCPNP, ਜਿਹਦਾ 600 ਪੁਆਇੰਟ ਆ, ਜਿਹਦੇ ਨਾਲ ਉਹਦਾ ਪੱਕਾ ਹੋਣ ਦਾ ਲਗਭਗ ਚਾਂਸ ਹੋ ਜਾਂਦੇ। ਜਿਹੜੀ BCPNP ਆ, ਇਹਦੇ ਲਈ ਕਿਹੜੇ ਮਤਲਬ ਪੁਆਇੰਟ ਆ, ਕਿੱਥੋਂ ਉਹਦੇ ਨੰਬਰ ਪੂਰੇ ਹੁੰਦੇ ਆ? ਹਾਂਜੀ, ਇਹਦੇ ਕਈ 6-7 ਫੈਕਟਰ ਨੇ। ਇੱਕ ਤਾਂ ਤੁਹਾਡਾ ਐਕਸਪੀਰੀਅੰਸ ਕੀ ਹੈ ਜੀ,
ਜੇ 1 ਸਾਲ ਦਾ 2 ਸਾਲ ਦਾ 3 ਸਾਲ ਦਾ। ਉਸ ਤੋਂ ਬਾਅਦ ਜੇ ਤੁਸੀਂ ਕੈਨੇਡਾ ਦੇ ਵਿੱਚ 1 ਸਾਲ ਕੰਮ ਕੀਤਾ ਉਹਦੇ 10 ਪੁਆਇੰਟ ਹੋ ਨੇ। ਉਸ ਤੋਂ ਬਾਅਦ ਕਿਸ ਪੋਜੀਸ਼ਨ ਤੇ ਕੰਮ ਕਰ ਰਹੇ ਹੋ, ਜਿਵੇਂ ਤੁਸੀਂ ਪਹਿਲਾਂ ਕਹਿੰਦੇ ਸੀ ਵੀ ਇੱਕ ਬੰਦਾ ਉਬਰ ਚਲਾ ਰਿਹਾ, ਇੱਕ ਬੰਦਾ ਸੁਪਰਵਾਈਜ਼ਰ ਦੀ ਜੌਬ ਕਰ ਰਿਹਾ, ਇੱਕ ਮੈਨੇਜਰ ਦੀ ਜੌਬ ਕਰ ਰਿਹਾ। ਸੁਪਰਵਾਈਜ਼ਰ ਜਾਂ ਐਂਟਰੀ ਲੈਵਲ ਜੌਬਾਂ ਨੇ ਉਹਦੇ 5 ਪੁਆਇੰਟ ਹੀ ਆ। ਜਦੋਂ ਕੈਟੇਗਰੀ B ਦੇ ਵਿੱਚ ਆ ਜਾਂਦਾ, ਜਿਹਦੇ ਵਿੱਚ ਟ੍ਰੇਡ ਆ ਜਾਂਦੇ ਆ ਤੇ ਸੁਪਰਵਾਈਜ਼ਰ ਦੀ ਜੌਬ ਆ ਜਾਂਦੀ, ਉਹਦੇ 10 ਪੁਆਇੰਟ ਨੇ BCPNP ਦੇ ਵਿੱਚ। ਜੇ ਮੈਨੇਜਰੀਅਲ ਲੈਵਲ ਦੀ ਜੌਬ ਆ ਤਾਂ ਉਹਦੇ 25 ਪੁਆਇੰਟ ਜੁੜਦੇ ਆ ਜੀ। ਉਸ ਤੋਂ ਬਾਅਦ ਉਹਦੇ ਆਈਲੈਟਸ ਦੇ ਸਕੋਰ ਕੀ ਨੇ, ਲੈਟਸ 5 ਸਕੋਰ ਨੇ ਉਹਨੂੰ 10 ਪੁਆਇੰਟ ਮਿਲਦੇ ਆ, ਉਹਦੇ 7 ਨੇ ਉਹਨੂੰ 18 ਪੁਆਇੰਟ ਮਿਲਦੇ ਆ। ਇਹ ਵੀ ਇੱਕ ਫੈਕਟਰ ਹੈਗਾ। ਜੇ ਉਸ ਜਿਹੜੀ ਜੌਬ ਉਹ ਕਰ ਰਿਹਾ ਜੇ ਸਕਿਲਡ ਟ੍ਰੇਡ ਦੇ ਵਿੱਚ ਆ ਜਾਂਦੀ ਹੈ, ਕੁਝ ਕੈਟੇਗਰੀਜ਼ ਹੈਗੀਆਂ ਨੇ ਉਹਨਾਂ ਨੂੰ 10 ਐਕਸਟਰਾ ਪੁਆਇੰਟ ਮਿਲਦੇ ਆ ਉਸ ਤਰ੍ਹਾਂ ਦਾ ਕੰਮ ਕਰਨ ਲਈ। ਜੇ ਉਹ ਜੌਬ ਇਨ ਡਿਮਾਂਡ ਜੌਬ ਆ BC ਦੇ ਵਿੱਚ, ਉਹਦੇ ਐਕਸਟਰਾ ਪੁਆਇੰਟ ਨੇ ਜੀ। ਫਿਰ ਉਹਨੇ ਜੇ ਪੜ੍ਹਾਈ ਕਿਹੜੀ ਕੀਤੀ ਹੈ, ਜੇ ਡਿਪਲੋਮਾ ਕੀਤਾ ਨਾਨ ਟ੍ਰੇਡ ਵਾਲਾ ਉਹਨੂੰ 2 ਪੁਆਇੰਟ ਮਿਲਣੇ। ਜੇ ਉਹਨੇ ਟ੍ਰੇਡਸ ਵਾਲਾ ਡਿਪਲੋਮਾ ਕਰ ਲਿਆ ਉਹਨੂੰ 11 ਪੁਆਇੰਟ ਮਿਲਣੇ। ਜੇ ਉਹਨੇ ਡਿਗਰੀ ਕਰ ਲਈ ਉਹਨੂੰ 11 ਪੁਆਇੰਟ ਮਿਲਣੇ। ਤੇ ਜੇ ਉਹਨੇ ਡਿਗਰੀ BC ਚੋਂ ਕਰ ਲਈ ਫਿਰ ਉਹਨੂੰ 8 ਪੁਆਇੰਟ ਹੋਰ ਮਿਲ ਜਾਣੇ। ਇੱਕ ਹੋਰ ਦੱਸਿਓ, ਕਈ ਜਿਹੜਾ ਸਟੂਡੈਂਟ ਜਦੋਂ ਉਹ ਸਟੂਡੈਂਟ ਆ ਉਹਨੂੰ 20 ਘੰਟੇ ਕੰਮ ਕਰਨ ਨੂੰ ਮਿਲ ਰਹੇ ਆ, ਕੁਝ ਸਟੂਡੈਂਟ ਕਹਿੰਦੇ ਵੀ ਅਸੀਂ ਕੰਮ ਕਰਦੇ ਆ Amazon ਦੇ ਵਿੱਚ $22 ਮਿਲਦੇ ਆ। ਦੂਜੇ ਸਟੂਡੈਂਟ ਕਹਿੰਦੇ ਵੀ ਅਸੀਂ ਇੱਕ ਪੇਂਟ ਵਾਲੇ ਕੋਲ ਕੰਮ ਕਰਦੇ ਆ, ਡਾਲਰ ਸਾਨੂੰ 8 ਹੀ ਮਿਲਦੇ ਆ। ਜਦੋਂ ਸਟੂਡੈਂਟ ਆ, ਵਰਕ ਪਰਮਿਟ ਨਹੀਂ ਆ ਜੀ, ਡਾਲਰ ਸਾਨੂੰ 8 ਹੀ ਮਿਲਦੇ ਆ। ਪਰ ਇਸ ਬੰਦੇ ਨੇ ਸਾਡੀ ਉਦੋਂ ਮਦਦ ਕਰਨੀ ਹੈ ਜਦੋਂ ਅਸੀਂ ਪੱਕੇ ਹੋਣਾ। ਉਹ ਕੀ ਮਾਮਲਾ ਹੈ ਜੀ? ਉਹਦਾ ਮਾਮਲਾ ਇਹ ਜੀ, ਪਹਿਲਾਂ ਤਾਂ ਇਹ ਦੇਖਣਾ ਪੈਣਾ ਮਦਦ ਕਰਨ ਦੇ ਯੋਗ ਵੀ ਹੈਗਾ ਕਿ ਨਹੀਂ ਹੈਗਾ। ਬਾਕੀ $8 ਤਾਂ ਮਿਨੀਮਮ ਵੇਜ ਹੈ ਨਹੀਂ ਕਿ ਕੈਨੇਡਾ ਦੇ ਵਿੱਚ। ਕੈਨੇਡਾ ਦੇ ਵਿੱਚ ਮਿਨੀਮਮ ਵੇਜ ਆਲਮੋਸਟ 1685 ਆ ਸ਼ਾਇਦ, ਤੇ ਉਦੋਂ ਤਾਂ ਇਹ ਮੋਸਟਲੀ 17 ਤੋਂ ਤਾਂ ਉੱਤੇ ਹੀ ਹੋਣੀ ਚਾਹੀਦੀ। 8 ਮੈਨੂੰ ਨਹੀਂ ਪਤਾ ਕਿਹੜੇ ਹਿਸਾਬ ਨਾਲ ਉਹ ਦਿੰਦੇ ਆ ਉਹਨਾਂ ਨੂੰ। ਤੇ ਬਾਕੀ ਸਪੋਰਟ ਦੀ ਗੱਲ ਆ, ਜਦੋਂ ਤੁਸੀਂ PNP ਦੇ ਵਿੱਚ ਫਾਈਲ ਪਾਉਣੀ ਆ ਆਪਣੀ ਪੂਲ ਦੇ ਵਿੱਚ, ਤੁਹਾਨੂੰ ਉਸ ਇੰਪਲੋਇਰ ਦੇ ਨਾਲ ਜੌਬ ਕੰਟਰੈਕਟ ਤੇ ਜੌਬ ਆਫਰ ਫਾਰਮ ਵੀ ਨਾਲ ਸਾਈਨ ਕਰਨਾ ਪੈਣਾ। ਇਹਦੇ ਵਿੱਚ ਸਾਰੀਆਂ ਟਰਮਸ ਕੰਡੀਸ਼ਨਸ ਹੋਣਗੀਆਂ ਬਈ ਇਹਨੂੰ ਅਸੀਂ ਇੰਨੀ ਪੈਸਿਆਂ ਤੇ ਹਾਇਰ ਕੀਤਾ, ਇਹਦੀ ਵਕੇਸ਼ਨ ਪੇ ਆ, ਹੌਲੀਡੇ ਪੇ ਆ। ਉਸ ਤੋਂ ਬਾਅਦ ਇਹ ਵੀ ਦੇਖਣਾ ਪੈਂਦਾ ਇਸ ਇੰਪਲੋਇਰ ਦੇ ਕੋਲੇ ਪੇਰੋਲ ਦੇ ਉੱਤੇ ਕਿੰਨੇ ਬੰਦੇ ਆ। ਜਿਵੇਂ ਲੋਅਰ ਮੇਲ ਆਪਣੇ ਗ੍ਰੇਟਰ ਵੈਂਕੂਵਰ ਏਰੀਆ, ਇੱਥੇ ਜੇ ਆਪਾਂ ਦੇਖਣਾ ਹੋਵੇ ਵੀ ਕਿਹੜਾ ਇੰਪਲੋਇਰ ਐਲੀਜੀਬਲ ਆ, ਉਹਦੇ ਕੋਲੇ 5 ਬੰਦੇ ਪੇਰੋਲ ਤੇ ਚਾਹੀਦੇ ਆ। ਜਿਵੇਂ ਐਬਸਫੋਰਡ ਦਾ ਏਰੀਆ, ਉੱਧਰਲੇ ਪਾਸੇ ਚਲਾਵੈਕ, ਉੱਥੇ ਤੁਹਾਨੂੰ 3 ਬੰਦੇ ਇੰਪਲੋਈ ਚਾਹੀਦੇ ਆ ਪੇਰੋਲ ਦੇ ਉੱਤੇ ਪੱਕੇ ਤੌਰ ਤੇ, ਤਾਂ ਹੀ ਉਹ ਇੰਪਲੋਏ BCPNP 'ਚ ਸਪੋਰਟ ਕਰ ਸਕਦਾ। ਕਈ ਲੋਕ ਕਹਿੰਦੇ ਕਲੋਨੇ ਚਲੇ ਜਾਓ, ਉੱਥੇ ਛੇਤੀ ਪੱਕਾ ਹੁੰਦਾ, ਉਹਦੇ ਮਤਲਬ BC ਦੇ ਵਿੱਚ ਹੀ। ਇਹ ਪੁਆਇੰਟਾਂ ਦਾ ਕੀ ਫਰਕ ਆ? ਉਹ ਰੀਜਨ ਦਾ ਫਰਕ ਹੈ ਜੀ। ਜੇ ਤੁਸੀਂ ਗ੍ਰੇਟਰ ਵੈਨਕੂਵਰ 'ਚ ਕੰਮ ਕਰਦੇ ਹੋ ਤੁਹਾਨੂੰ BCPNP 'ਚ 0 ਪੁਆਇੰਟ ਮਿਲਦੇ। ਜੇ ਤੁਸੀਂ ਚਲੇ ਜਾਂਦੇ ਹੋ ਕਲੋਨੇ ਦੇ ਵਿੱਚ ਉੱਥੇ 4 ਪੁਆਇੰਟ ਮਿਲਦੇ। ਜੇ ਕੂਟਨੀਸ ਚਲੇ ਜਾਂਦੇ ਹੋ ਉੱਥੇ 8 ਜਾਂ 10 ਮਿਲਦੇ ਆ। ਉਹ ਰੀਜਨਲ ਜਿਸ ਰੀਜਨ ਦੇ ਵਿੱਚ ਕੰਮ ਕਰਦੇ ਹੋ, ਜਿੱਥੇ ਸ਼ੋਰਟੇਜ ਆ ਵਰਕਰਾਂ ਦੀ, ਕੋਈ ਜਾਣਾ ਨਹੀਂ ਚਾਹੁੰਦਾ, ਉਹਨੂੰ ਸਪੋਰਟ ਕਰਨ ਦੇ ਲਈ ਐਕਸਟਰਾ ਪੁਆਇੰਟ ਦਿੰਦੇ ਆ ਵੀ ਤਾਂ ਤੁਹਾਡੀ ਫਾਈਲ BCPNP ਦੇ ਵਿੱਚ ਪਿਕ ਹੋ ਜਾਵੇ। ਬਹੁਤੇ ਸਟੂਡੈਂਟ ਇੱਦਾਂ ਅਕਸਰ ਗੱਲ ਕਰਦੇ ਵੀ ਸਾਨੂੰ ਉੱਥੇ ਕੰਮ ਚਾਹੀਦਾ ਜਾਂ ਇੱਦਾਂ ਦੀ ਕੋਈ ਸਪੋਰਟਿੰਗ ਲੈਟਰ ਚਾਹੀਦੀ ਆ ਜਿਹੜਾ ਇਹ ਕਵੇ ਵੀ ਇਹ ਸੁਪਰਵਾਈਜ਼ਰ ਜਾਂ ਮੈਨੇਜਰ ਦੀ ਪੋਜੀਸ਼ਨ ਤੇ ਕੰਮ ਕਰਦਾ, ਇੰਨੀ ਇਹਦੀ ਪੇ ਆ। ਉਸ ਮਾਮਲੇ 'ਚ ਫੇਰ ਕਿਤੇ ਨਾ ਕਿਤੇ ਐਕਸਪਲੋਇਟੇਸ਼ਨ ਹੁੰਦੀ ਹੈ। ਜਾਂ ਤਾਂ ਸੱਚੀ ਸੁਪਰਵਾਈਜ਼ਰ ਹੈਗਾ, ਫਿਰ ਜੇ ਉਹ ਸੱਚੀ ਸੁਪਰਵਾਈਜ਼ਰ ਆ ਤਾਂ ਕੀ ਉਹਨੂੰ ਉਹ ਲੈਟਰ ਜਿਹੜਾ ਇੰਪਲੋਇਰ ਆ ਉਹ ਦੇ ਦਿੰਦਾ? ਇਹ ਲੈਟਰ ਦਾ ਕੀ ਰੌਲਾ ਹੁੰਦਾ ਜੀ? ਇਹਦਾ ਲੈਟਰ ਤਾਂ ਉਹੀ ਜਿਹੜਾ ਪਹਿਲਾਂ ਦੱਸਿਆ ਜੀ, 4 ਕੈਟੇਗਰੀਜ਼ ਆ ਇਹ NOC A, B, C and D। ਜੇ C and D ਆ ਉਹਨੂੰ 5 ਪੁਆਇੰਟ ਹੀ ਮਿਲਦੇ ਆ BCPNP 'ਚ। ਜੇ ਸੁਪਰਵਾਈਜ਼ਰ ਆ, ਰੀਅਲ ਸੁਪਰਵਾਈਜ਼ਰ ਆ ਜਾਂ ਕੋਈ ਇੱਦਾਂ ਕੁਛ ਕਰ ਰਿਹਾ ਅੰਡਰ ਦਾ ਟੇਬਲ ਵੀ, ਪਰ ਜੇ ਸੁਪਰਵਾਈਜ਼ਰ ਆ ਉਹਨੂੰ 10 ਪੁਆਇੰਟ ਮਿਲਦੇ ਆ। ਤੇ ਬਾਕੀ ਜਿਹੜੀ ਵੇਜ ਸਕੇਲ ਆ ਉਹ ਵੀ ਮੈਟਰ ਕਰਦੀ ਆ। ਜੇ ਕਿਸੇ ਦੇ ਬੰਦੇ ਦੀ $30,000 ਈਅਰਲੀ ਪੇ ਆ ਤਾਂ ਉਹਦੇ ਸਰਟਨ ਪੁਆਇੰਟ ਨੇ। ਜੇ ਉਹਦੀ 60 ਆ ਤਾਂ ਉਹਦੇ ਸਰਟਨ ਪੁਆਇੰਟ ਨੇ। ਜੇ ਕੋਈ ਸਕਿਲ ਟ੍ਰੇਡ 'ਚ ਬੰਦਾ ਕੰਮ ਕਰਦਾ, ਲੈਟਸ ਸੇ ਇਲੈਕਟ੍ਰੀਸ਼ੀਅਨ ਆ, ਮਿਨੀਮਮ $28 to $30 ਉਹਨੇ ਲੈਣੇ। ਉਹਨੇ ਅਰਾਊਂਡ $50,000 to $60,000 ਬਣਾਉਣੇ ਆ। ਤੇ ਉਹਦੇ ਵਿੱਚ ਉਹਨੂੰ ਪੁਆਇੰਟ ਜ਼ਿਆਦਾ ਮਿਲਣੇ ਆ ਰਿਗਾਰਡ ਦੂਜੇ ਦੇ ਨਾਲੋਂ ਜਿਹੜਾ ਕਿ ਬੇਸਿਕ ਪੇ ਤੇ ਕੰਮ ਕਰ ਰਿਹਾ। ਤੇ ਉਹ ਜਿਹੜੀ ਪੇ ਸਕੇਲ ਜਿਹੜੀ ਤੁਹਾਡੀ ਪੇ ਸਟਾਫ ਬਣਦਾ, ਉਹਦੀ ਜਿਹੜੀ ਪਰ ਆਵਰ ਰੇਟ ਆ ਉਹ ਵੀ ਇਸ BCPNP ਦੇ ਵਿੱਚ ਉਹਦੇ ਪੁਆਇੰਟ ਐਕਸਟਰਾ ਲੈਣ ਦੇ ਵਿੱਚ ਮਦਦ ਕਰਦਾ। ਕਈ ਕਹਿੰਦੇ ਤੁਹਾਡੇ ਰਿਸ਼ਤੇਦਾਰ ਇੱਥੇ ਹੋਣ, ਤੁਹਾਡਾ ਵਿਆਹ ਹੋਇਆ ਹੋਵੇ, ਵਾਈਫ ਪੜ੍ਹੀ ਜਾਂ ਕੰਮ ਕਰਦੀ, ਇਹਦੀ ਵੀ ਕੋਈ ਮਦਦ ਹੁੰਦੀ ਹੈ? ਇਹਦੀ ਐਕਸਪ੍ਰੈਸ ਐਂਟਰੀ ਦੇ ਵਿੱਚ ਹੁੰਦੀ ਹੈ। ਇਹਦੀ BCPNP ਦੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ। ਇਹਦੀ ਐਕਸਪ੍ਰੈਸ ਐਂਟਰੀ ਜਿਹੜੀ ਪ੍ਰੋਫਾਈਲ ਆ ਉੱਥੇ ਜਦੋਂ ਪੁਆਇੰਟ ਹੁੰਦੇ ਆ, ਉਹਦੇ ਵਿੱਚ ਜੇ ਤੁਸੀਂ ਸਰਟਨ ਐਜੂਕੇਸ਼ਨ ਕੀਤੀ ਹੋਈ ਆ, ਤੁਹਾਡੀ ਏਜ ਫੈਕਟਰ ਉਹਦੇ ਵਿੱਚ ਆਉਂਦਾ, ਤੇ ਤੁਹਾਡੀ ਸਪਾਊਸ ਐਜੂਕੇਟਡ ਆ, ਬੈਚਲਰ ਡਿਗਰੀ ਉਹਦੇ ਅਲੱਗ ਆ, ਮਾਸਟਰ ਡਿਗਰੀ ਉਹਦੇ ਅਲੱਗ ਆ। ਜੇ ਕੋਈ ਬਲੱਡ ਰਿਲੇਸ਼ਨ ਦੇ ਵਿੱਚ ਬੰਦਾ ਹੈਗਾ ਉਹਦੇ ਪੁਆਇੰਟ ਨਾਲ ਮਿਲਦੇ ਆ, ਪਰ ਉਹ ਐਕਸਪ੍ਰੈਸ ਐਂਟਰੀ ਦੇ ਵਿੱਚ ਹੁੰਦੇ ਆ ਜਿੱਥੇ ਜਾ ਕੇ PR ਹੋਣੀ ਹੈ। ਪਰ ਜਿਹੜੀ BCPNP ਆ ਇਹ ਐਕਸਪ੍ਰੈਸ ਐਂਟਰੀ ਦੇ ਵਿੱਚ ਪੁਆਇੰਟ ਵਧਾਉਣ ਦੇ ਵਿੱਚ ਮਦਦ ਕਰਦੀ ਹੈ, ਜਿਹਦੇ ਇਕੱਲੀ ਦੇ 600 ਪੁਆਇੰਟ ਤੇ ਰੈਗੂਲਰ ਡਰਾ 450 460 70 ਦੇ ਉੱਤੇ ਫਲੋਟ ਕਰਦਾ ਰਹਿੰਦਾ।
ਜਿੱਦਾਂ ਮੈਂ ਪਹਿਲਾਂ ਕਿਹਾ ਵੀ ਮੰਨ ਲਓ ਇੱਕ ਬੰਦੇ ਨੂੰ ਘੱਟ ਪੇ ਮਿਲਦੀ ਆ, ਇਦਾਂ ਹੀ ਮੰਨ ਲਓ ਇੱਕ ਬੰਦਾ ਕਹਿੰਦਾ ਮੈਂ ਵਿਨੀਪੈਗ ਦੇ ਵਿੱਚ ਆ ਜੀ, ਮੈਂ ਤੇਰੇ ਨਾਲੋਂ ਬਾਅਦ ਚ ਆਇਆ ਸੀ, ਮੈਨੂੰ ਪੁਆਇੰਟ ਵੀ ਘੱਟ ਮਿਲੇ, ਮੈਨੀਟੋਬਾ ਦੇ ਵਿੱਚ ਮੈਂ ਪਹਿਲਾਂ ਪੱਕਾ ਹੋ ਗਿਆ, ਤੁਸੀਂ ਵੈਨਕੂਵਰ ਚ ਬੈਠੇ ਤੁਸੀਂ ਬਾਅਦ ਚ ਪੱਕੇ ਹੋਏ, ਇਹ ਵੀ ਫਰਕ ਆ। ਇਹ ਵੀ ਫਰਕ ਹੈ ਜੀ, ਉਹ ਸਟੇਟਸ ਦਾ ਫਰਕ ਆ, ਕਈ ਸਟੇਟਸ ਦੇ ਰੂਲ ਡਿਫਰੈਂਟ ਨੇ, ਫਿਰ ਉਹਨਾਂ ਤੇ ਕੈਪ ਵੀ ਆ ਵੀ ਇੰਨੇ ਬਾਅਦ ਅਸੀਂ ਆਹ ਸਾਲ ਦੀ ਪੀਐਨਪੀ ਬੰਦ ਕਰਤੀ। ਲੈਸੇ ontario ਦੀ ਗੱਲ ਕਰਦੇ ਆ, ਜਿਹੜਾ ਪਹਿਲਾਂ ਲੱਗ ਗਿਆ ਤਾਂ ਠੀਕ ਆ, ਉਸ ਤੋਂ ਬਾਅਦ ਉਹਦੀ ਵੇਟ ਕਰਨੀ ਪੈਂਦੀ ਵੀ ਜਦੋਂ ਦੁਬਾਰਾ ਖੁੱਲੂਗੀ ਫਿਰ ਮੈਂ ਲਾਉਂਗਾ। ਪਰ ਜਿਹੜੇ ਪਹਿਲੇ ਸਟੈਪ ਦੇ ਵਿੱਚ ਹੀ ਆ ਗਏ ਉਹਨਾਂ ਨੇ ਤਾਂ ਕਹਿਣਾ ਹੀ ਆ ਵੀ ਅਸੀਂ ਜਲਦੀ ਪੱਕੇ ਹੋ ਗਏ। ਜਿਹੜੀ BCPNP ਆ ਇਹਦਾ ਪੁਆਇੰਟ ਸਿਸਟਮ ਆ, ਇਹਦਾ ਐਵਰੀ 2 ਵੀਕਸ ਡਰਾ ਨਿਕਲਦਾ ਰਹਿੰਦਾ ਤੇ ਉੱਥੇ ਤੁਸੀਂ ਆਪਣਾ ਫਾਈਲ ਪੂਲ 'ਚ ਰੱਖੀ ਹੋਈ ਆ ਤੇ ਉਹ ਪੁਆਇੰਟ ਸਿਸਟਮ ਦੇ ਬੇਸ ਦੇ ਉੱਤੇ ਇਹ ਲੱਕ ਵੀ ਹੈਗੀ ਆ ਥੋੜੀ ਜੀ। ਬਾਕੀ ਆ ਜਿਹੜਾ ਤੁਹਾਨੂੰ ਦੱਸਿਆ ਹਰੇਕ ਸਟੇਟ ਦਾ ਫਰਕ ਹੈਗਾ, ਉਹਦੇ ਲਾਜ਼ ਦਾ ਫਰਕ ਹੈਗਾ। ਪਰ ਜਦੋਂ PNP ਹੋ ਜਾਂਦੀ ਆ ਉਹ ਫਿਰ ਫੈਡਰਲ ਦੇ ਵਿੱਚ ਜਿਹੜਾ ਐਕਸਪ੍ਰੈਸ ਐਂਟਰੀ ਦੇ ਵਿੱਚ ਉਹਨੂੰ 600 ਪੁਆਇੰਟ ਮਿਲ ਜਾਂਦਾ, ਰਿਗਾਰਡਲੈਸ ਉਹ PNP BC ਦੀ ਆ, ਉਹ PNP ontario ਦੀ ਆ। ਉਹ ਇਹਦਾ ਇਹ ਰੀਜ਼ਨ ਆ CRS ਸਕੋਰ ਫਾਈਨਲ ਪਰਮਾਨੈਂਟ ਰੈਜ਼ੀਡੈਂਸੀ ਦੇ ਵਿੱਚ ਸਕੋਰ ਜ਼ਿਆਦਾ ਲੈਣ ਦੇ। ਇੱਕ ਆਖਰੀ ਸਵਾਲ, ਹੁਣ ਆਮ ਹੀ ਗੱਲ ਕਰਦੇ ਵੀ ਜਿੰਨੇ ਕੈਨੇਡਾ ਦੇ ਵਿੱਚ ਕੱਚੇ ਹੈਗੇ ਆ ਜਾਂ ਟੈਂਪਰੇਰੀ ਰੈਜ਼ੀਡੈਂਟ ਹੈਗੇ ਇਹ ਸਾਰੇ ਪੱਕੇ ਹੋ ਜਾਣੇ ਆ, ਇਸ ਗੱਲ ਦਾ ਆਧਾਰ ਕੀ ਹੈ? ਇਹਦਾ ਆਧਾਰ ਆ ਜੀ ਜਿਹੜੇ ਪਿੱਛੇ ਕੋਵਿਡ ਦੇ ਚੱਲਦਿਆਂ ਗਵਰਨਮੈਂਟ ਨੇ ਕੁਝ ਪ੍ਰੋਗਰਾਮ ਕੀਤੇ ਸੀਗੇ। ਪਹਿਲਾਂ ਤਾਂ ਜਿਹੜੀ CEC ਕਲਾਸ ਸੀਗੀ ਜਿਹਦੇ 'ਚ ਕੈਨੇਡੀਅਨ ਐਕਸਪੀਰੀਅੰਸ ਕਲਾਸ ਕਹਿ ਦਿੰਦੇ, ਜਿਹੜੀ ਫੈਡਰਲ ਦੇ ਵਿੱਚ ਐਕਸਪ੍ਰੈਸ ਐਂਟਰੀ ਦੇ ਵਿੱਚ, ਉਹਦੇ ਵਿੱਚ ਇਹਨਾਂ ਨੇ ਸਕੋਰ ਬਹੁਤ ਘਟਾਤਾ ਸੀਗਾ। ਓਨਲੀ ਜਿਹਦੇ 75 ਸਕੋਰ ਸੀਗੇ ਉਹ ਬੰਦਾ ਅਪਲਾਈ ਕਰ ਸਕਦਾ ਸੀ। 75 ਸਕੋਰ ਏਜ ਦੇ ਨਾਲ ਤਾਂ ਬੜੇ ਈਜ਼ੀ ਤੇ 5 ਬੈਂਡ ਹੋਣੇ ਚਾਹੀਦੇ ਆ, ਆਈਲੈਟਸ ਦੇ ਨਾਲ ਬਹੁਤ ਬੰਦੇ ਪੱਕੇ ਹੋ ਗਏ ਸੀ। ਉਸ ਤੋਂ ਬਾਅਦ ਇਹਨਾਂ ਨੇ ਫਿਰ ਇੱਕ ਪ੍ਰੋਗਰਾਮ ਕਰਾਇਆ, ਜਿਵੇਂ ਪਹਿਲਾਂ ਜਿਹੜਾ ਲੇਬਰ ਵਰਕਰ ਸੀ ਉਹ ਅਪਲਾਈ ਨਹੀਂ ਕਰ ਸਕਦਾ ਸੀਗਾ ਐਜ਼ ਪਰਮਾਨੈਂਟ ਰੈਜ਼ੀਡੈਂਸ, ਪਰ ਇਹਨਾਂ ਨੇ ਇੱਕ ਪ੍ਰੋਗਰਾਮ ਚਲਾਇਆ TR to PR। ਉਹਦੇ 'ਚ ਜਿਹਨੂੰ 1 ਸਾਲ ਦਾ ਐਕਸਪੀਰੀਅੰਸ ਆ ਉਹ ਆਪਣੀ ਪਰਮਾਨੈਂਟ ਰੈਜ਼ੀਡੈਂਸੀ ਲਈ ਆਪਣੀ ਫਾਈਲ ਪਾ ਸਕਦਾ। ਉਹਦੇ ਵਿੱਚ ਬਹੁਤ ਲੋਕ ਪੱਕੇ ਹੋਏ ਸੀ। ਇਹੀ ਗਵਰਨਮੈਂਟ ਦੇ ਪ੍ਰੋਗਰਾਮ ਆਉਂਦੇ ਰਹਿੰਦੇ। ਪੱਕਾ ਹੋਣ ਦਾ ਕਾਰਨ ਕਿ ਪਿਛਲੇ ਸਾਲ ਇਹਨਾਂ ਨੇ ਆਪਦਾ 4,10,000 ਦਾ ਜੋ ਵੀ ਟੀਚਾ ਸੀ ਪੱਕਾ ਕਰ ਲਿਆ। ਇਸ ਸਾਲ ਫਿਰ ਇਹਨਾਂ ਨੂੰ 4,10,000 ਪਰਮਾਨੈਂਟ ਰੈਜ਼ੀਡੈਂਸੀ ਦੇਣੀ ਹੈ। ਪਰ ਜੇ ਉਹਨਾਂ ਨੂੰ ਬੰਦੇ ਨਹੀਂ ਮਿਲ ਰਹੇ, ਬਾਹਰੋਂ ਆ ਨਹੀਂ ਰਹੇ, ਤਾਂ ਉਹ ਟਰਾਈ ਕਰਦੇ ਆ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਚਲਾ ਕੇ ਵੀ ਜਿਹੜੇ ਅੰਦਰ ਕੰਮ ਕਰ ਰਹੇ ਆ ਉਹਨਾਂ ਨੂੰ ਪੱਕੇ ਕੀਤਾ ਜਾ ਸਕੇ। ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਦੋਸਤੋ ਅਸੀਂ ਗੱਲਬਾਤ ਕੀਤੀ TPSC ਇਮੀਗ੍ਰੇਸ਼ਨ ਤੋਂ ਤਜਿੰਦਰ ਹੋਣਾ ਦੇ ਨਾਲ। ਜਿਹੜੇ ਤਾਂ ਸਟੂਡੈਂਟ ਆ ਕੇ ਪੁਰਾਣੇ ਹੋ ਗਏ ਉਹਨਾਂ ਨੂੰ ਇਹ ਸਾਰਾ ਪ੍ਰੋਸੈਸ ਪਤਾ ਲੱਗ ਜਾਂਦਾ, ਬਹੁਤਿਆਂ ਨੂੰ ਪਹਿਲਾਂ ਪਤਾ ਹੁੰਦਾ, ਪਰ ਇੱਕ ਵੱਡੀ ਗਿਣਤੀ ਉਹਨਾਂ ਵਿਦਿਆਰਥੀਆਂ ਦੀ, ਇੰਟਰਨੈਸ਼ਨਲ ਵਿਦਿਆਰਥੀਆਂ ਦੀ ਇੱਥੇ ਵੈਨਕੂਵਰ, ਕੈਨੇਡਾ, ਟੋਰਾਂਟੋ ਕਿਤੇ ਵੀ ਹੈਗੀ ਆ, ਜਿਨ੍ਹਾਂ ਨੂੰ ਇਹ ਪ੍ਰੋਸੈਸ ਦਾ ਨਹੀਂ ਪਤਾ। ਉਹ ਸਿਰਫ ਸੁਣੀਆਂ ਸੁਣਾਈਆਂ ਗੱਲਾਂ ਦੇ ਉੱਤੇ ਯਕੀਨ ਕਰਦੇ ਆ ਤੇ ਜਿੱਦਾਂ ਕੋਈ ਸੀਨੀਅਰ ਸਟੂਡੈਂਟ ਉਹਨਾਂ ਨੂੰ ਪਹਿਲਾਂ ਆਇਆ ਗਾਈਡ ਕਰ ਦਿੰਦਾ ਉਸੇ ਤਰ੍ਹਾਂ ਤੁਰਦੇ ਰਹਿੰਦੇ ਆ। ਉਹਨਾਂ ਤੋਂ ਗਾਈਡੈਂਸ ਵੀ ਲਈ ਜਾ ਸਕਦੀ ਆ, ਪਰ ਇਸ ਪ੍ਰੋਸੈਸ ਦਾ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ। ਜੇ ਇਸ ਪ੍ਰੋਸੈਸ ਦਾ ਪਤਾ ਆ ਤਾਂ ਕਿਤੇ ਨਾ ਕਿਤੇ ਜਿਹੜੀ ਐਕਸਪਲੋਇਟੇਸ਼ਨ ਜਾਂ ਜਿਹੜੇ ਜ਼ਿਆਦਾ ਦਿੱਕਤਾਂ ਆ ਉਹਦੇ ਤੋਂ ਬਚਿਆ ਜਾ ਸਕਦਾ। ਕੈਮਰਾਮੈਨ ਅਮਿਤ ਪਨੇਸਰ ਨਾਲ ਜਸਕਰਨ, ਚੈਨਲ ਪੰਜਾਬੀ, ਸਰੀ। BC ਦੇ ਸਕੂਲਾਂ ਦੇ ਵਿੱਚ ਪੰਜਾਬੀ ਪੜ੍ਹਾਈ ਜਾਂਦੀ ਹੈ ਤੇ ਇਸ ਪੰਜਾਬੀ ਸੰਬੰਧੀ ਮਾਪਿਆਂ ਨੂੰ ਕੁਝ ਖਾਸ ਯਤਨ ਕਰਨ ਦੀ ਲੋੜ ਆ। ਇਹਦੇ ਸੰਬੰਧੀ ਪਿਛਲੇ ਲੰਬੇ ਸਮੇਂ ਤੋਂ ਪ੍ਰੋਫੈਸਰ ਕੁਲਦੀਪ ਪੇਲੀਆ ਜੀ ਯਤਨ ਕਰਦੇ ਆ ਰਹੇ ਆ। ਉਹਨਾਂ ਦੇ ਨਾਲ ਅਸੀਂ ਇੱਕ ਖਾਸ ਗੱਲਬਾਤ ਕੀਤੀ। ਸਾਡਾ ਜਨਮ ਬਹੁਤਿਆਂ ਦਾ ਪੰਜਾਬ ਦੇ ਵਿੱਚ ਹੋਇਆ ਤੇ ਅਸੀਂ ਪੰਜਾਬ ਤੋਂ ਜਨਮ ਲੈ ਕੇ ਕੈਨੇਡਾ ਦੇ ਵਿੱਚ ਆਏ। ਅੰਗਰੇਜ਼ੀ ਇੱਥੇ ਦੀ ਭਾਸ਼ਾ ਆ, ਅਸੀਂ ਸਿੱਖ ਰਹੇ ਹਾਂ, ਅਸੀਂ ਸਿੱਖੀ ਆ। ਪੰਜਾਬੀ ਵੀ ਸਾਡੇ ਲਈ ਉਨੀ ਜ਼ਰੂਰੀ ਆ। ਖਾਸ ਤੌਰ ਦੇ ਉੱਤੇ ਅਗਲੀ ਪੀੜ੍ਹੀ ਜਿਹੜੀ ਕੈਨੇਡਾ ਦੇ ਵਿੱਚ ਜਨਮ ਲੈ ਰਹੀ ਆ ਉਹਦੇ ਲਈ ਪੰਜਾਬੀ ਪੜ੍ਹਨੀ ਕਈ ਪੱਖਾਂ ਤੋਂ ਜ਼ਰੂਰੀ ਆ। ਇਸੇ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕਾਂ ਨੇ ਮੰਗ ਕੀਤੀ, ਕੈਨੇਡਾ ਸਰਕਾਰ ਨੇ ਸਕੂਲਾਂ ਦੇ ਵਿੱਚ, ਖਾਸ ਕਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਕੂਲਾਂ ਦੇ ਵਿੱਚ ਪੰਜਾਬੀ ਦੀ ਪੜ੍ਹਾਈ ਲਾਗੂ ਕੀਤੀ। ਇੱਥੋਂ ਤੱਕ ਕਿ ਯੂਨੀਵਰਸਿਟੀਆਂ ਦੇ ਵਿੱਚ ਵੀ ਪੰਜਾਬੀ ਦੀ ਪੜ੍ਹਾਈ ਕਰਾਈ ਜਾਂਦੀ ਹੈ। ਪ੍ਰੋਫੈਸਰ ਕੁਲਦੀਪ ਪੇਲੀਆ ਜੀ ਸਾਡੇ ਨਾਲ ਨੇ, ਉਹਨਾਂ ਕੋਲੋਂ ਇਹਦੇ ਬਾਰੇ ਪੁੱਛਦੇ ਹਾਂ ਕਿ ਇਸ ਵੇਲੇ ਪੰਜਾਬੀ ਨੂੰ ਹੋਰ ਵਧਾਉਣ ਲਈ ਕਿਹੜੀ ਖਾਸ ਅਪੀਲ ਦੀ ਲੋੜ ਆ ਤੇ ਉਹਦੇ ਪਿੱਛੇ ਕੀ ਕਾਰਨ ਆ। ਪ੍ਰੋਫੈਸਰ ਕੁਲਦੀਪ ਪੇਲੀਆ ਜੀ, ਹੁਣ ਪੰਜਾਬੀ ਲਈ ਤੁਹਾਡੇ ਵੱਲੋਂ ਇੱਕ ਅਪੀਲ ਆ ਰਹੀ ਆ ਕਿ ਮਾਪੇ ਕੁਛ ਕਰਨ, ਕੀ ਕੀਤਾ ਜਾਣਾ ਚਾਹੀਦਾ ਇਸ ਵੇਲੇ ਜੀ? ਹਾਂ, ਇਸ ਵੇਲੇ ਕੀਤਾ ਜਾਣਾ ਚਾਹੀਦਾ ਕਿ ਪਿਛਲੇ ਕੁਝ ਸਾਲਾਂ ਤੋਂ ਮੈਂ ਦੇਖ ਰਿਹਾ ਕਿ ਤਕਰੀਬਨ 10-12 ਸਾਲਾਂ ਤੋਂ ਪੰਜਾਬੀ ਦੇ ਜਿਹੜੇ ਅਲਾਉਡ ਤੇ ਹੈ, ਲੈਜਿਸਲੇਸ਼ਨ ਤੇ ਪਾਸ ਹੈ, 8 ਸਾਲ ਤੱਕ ਪੰਜਾਬੀ ਬੱਚੇ ਪੜ੍ਹ ਸਕਦੇ ਨੇ BC ਸਕੂਲ ਸਿਸਟਮ ਵਿੱਚ। ਲੇਕਿਨ ਇਸ ਵਾਸਤੇ ਕੋਈ ਉਪਰਾਲਾ ਨਹੀਂ ਕੀਤਾ ਗਿਆ। ਉਦੋਂ ਅੱਜ ਤੋਂ 10 ਸਾਲ ਪਹਿਲੇ ਵੀ ਸਿਰਫ 3 ਪ੍ਰਾਇਮਰੀ ਸਕੂਲਾਂ ਦੇ ਵਿੱਚ ਪੰਜਾਬੀ ਪੜ੍ਹਾਈ ਜਾਂਦੀ ਸੀ। ਹੁਣ ਵੀ ਅੱਜ ਤੱਕ 3 ਸਕੂਲਾਂ ਵਿੱਚ ਹੀ ਪੰਜਾਬੀ ਪੜ੍ਹਾਈ ਜਾ ਰਹੀ ਹੈ। ਮੈਂ ਚਾਹੁੰਦਾ ਹਾਂ, ਮੈਂ ਦੇਖਦਾ ਹਾਂ ਕਿ ਮੇਰਾ ਵਿਚਾਰ ਹੈ ਕਿ ਘੱਟ ਤੋਂ ਘੱਟ 30 ਸਕੂਲਾਂ ਵਿੱਚ ਪੰਜਾਬੀ ਪੜ੍ਹਾਈ ਜਾ ਸਕਦੀ ਹੈ। ਕਿਉਂਕਿ ਇੰਨੀ ਸਾਡੀ ਪੰਜਾਬੀ ਵਸੋਂ ਹੈ। ਔਰ ਆਮ ਲੋਕ ਸਮਝਦੇ ਆ ਕਿ ਪੰਜਾਬੀ ਦਾ ਸਿਰਫ ਇਹੀ ਫਾਇਦਾ ਕਿ ਅਸੀਂ ਸੋਸ਼ਲ ਬੈਨੀਫਿਟਸ ਨੇ, ਗੱਲਬਾਤ ਕਰ ਸਕਦੇ ਹਾਂ, ਆਪਣੀ ਕਮਿਊਨਿਟੀ ਜਾ ਸਕਦੇ ਹਾਂ, ਹਾਂਜੀ। ਅਤੇ ਲੇਕਿਨ ਜਿਹੜਾ ਸਭ ਤੋਂ ਵੱਡਾ ਬੈਨੀਫਿਟ ਆ, ਜਿਹੜਾ ਕਿ ਮੈਂ ਪੜ੍ਹਿਆ ਆਪਣੇ ਜਦੋਂ ਤੋਂ ਪੰਜਾਬੀ ਪੜ੍ਹਾਉਣੀ ਸ਼ੁਰੂ ਕੀਤੀ ਹੈ UBC ਵਿੱਚ, ਮੈਂ ਕਾਫੀ ਖੋਜ ਪੜਤਾਲ ਕੀਤੀ ਹੈ ਪੰਜਾਬੀ ਉੱਤੇ।
ਸਭ ਤੋਂ ਵੱਡਾ ਬੈਨੀਫਿਟ ਜਿਹੜਾ ਦੋ ਭਾਸ਼ੇ ਹੋਣ ਦਾ ਹੈ ਇਹ ਤੁਹਾਡੇ ਦਿਮਾਗ ਨੂੰ ਤੇਜ਼ ਕਰਦਾ, ਤੁਹਾਡੇ ਦਿਮਾਗ ਦੇ ਬੈਨੀਫਿਟ, ਦਿਮਾਗੀ ਬੈਨੀਫਿਟਸ। ਪ੍ਰੋਫੈਸਰ ਹੁਣ ਕੀ ਮਾਪੇ ਕੀ ਕਰ ਸਕਦੇ ਆ ਇਸ ਵੇਲੇ, ਅਪੀਲ ਕੀ ਹੈ? ਅਪੀਲ ਇਹੀ ਹੈ ਕਿ ਕਿਉਂਕਿ ਉਹਨਾਂ ਨੂੰ ਪਹਿਲੇ ਸਮਝਣਾ ਚਾਹੀਦਾ ਕਿ ਬੱਚਿਆਂ ਨੂੰ ਦੋ ਭਾਸ਼ੇ ਕਿਉਂ ਬਣਾਉਣਾ, ਬੱਚਿਆਂ ਨੂੰ ਪੰਜਾਬੀ ਕਿਉਂ ਪੜਾਉਣੀ ਹੈ। ਇਹਨਾਂ ਨਾਲ ਦੋ ਭਾਸ਼ੇ ਬਣ ਜਾਣਗੇ ਔਰ 8 ਸਾਲ ਤੱਕ ਲਗਾਤਾਰ ਪੜਾਉਣਾ। ਬੱਚੇ ਕਹਿੰਦੇ ਜੀ ਅਸੀਂ ਫ੍ਰੈਂਚ ਸਿੱਖ ਲੈਨੇ, ਉਹਦੇ ਫਾਇਦੇ ਜ਼ਿਆਦਾ, ਕੈਨੇਡਾ 'ਚ ਉਹ ਵੀ ਦੋ ਭਾਸ਼ੇ ਬਣ ਗਏ। ਲੇਕਿਨ ਨਹੀਂ, ਉਹ ਫ੍ਰੈਂਚ ਇਸ ਤਰ੍ਹਾਂ ਹੋ ਰਿਹਾ, ਮੈਂ ਅਬਜ਼ਰਵ ਕਰ ਰਿਹਾ ਪਿਛਲੇ 10 ਸਾਲਾਂ ਤੋਂ। BC ਦੇ ਵਿੱਚ ਕਿੰਨੇ ਵੀ ਲੋਕ, ਜਿਵੇਂ ਮੈਂ ਤਕਰੀਬਨ 1000 ਬੱਚਿਆਂ ਕੋਲ ਪੁੱਛਿਆ ਹੋਣਾ, ਕੋਈ ਵੀ ਕਹਿੰਦਾ ਮੈਂ ਫ੍ਰੈਂਚ ਨਹੀਂ ਬੋਲ ਸਕਦਾ। ਬਿਲਕੁਲ ਹੀ 4 ਸਾਲ ਪੜਾਉਂਦੇ ਨੇ ਔਰ ਉਹ ਵੀ ਸੀਰੀਅਸਲੀ ਨਹੀਂ ਪੜ੍ਹਾਈ ਜਾਂਦੀ, ਅਤੇ ਉਹ ਤਕਰੀਬਨ ਵੇਸਟੇਜ ਹੀ ਆਉਂਦਾ। ਮੇਰੇ ਖਿਆਲ 'ਚ ਉਹ 4 ਸਾਲ ਪੂਰੇ ਵੇਸਟ ਹੋ ਰਹੇ ਨੇ। ਅਗਰ ਬੱਚਾ ਸਕੂਲ ਦੇ ਵਿੱਚ ਆਪਣੇ, ਤੁਸੀਂ ਕੋਈ ਗੈਸਟ ਬੁਲਾਏ ਨੇ ਅਤੇ ਬੱਚੇ ਨੂੰ ਬੁਲਾਇਆ, 1-2 ਲਾਈਨਾਂ ਫ੍ਰੈਂਚ ਦੀਆਂ ਬੋਲ ਵੀ ਦੇਵੇ, ਅਤੇ ਉਹ ਕੋਈ ਐਡੀ ਵੱਡੀ ਅਚੀਵਮੈਂਟ ਨਹੀਂ ਹੈਗੀ, ਕੋਈ ਐਡੀ ਵੱਡੀ ਪ੍ਰਾਪਤੀ ਨਹੀਂ ਹੈਗੀ। ਲੇਕਿਨ ਪੰਜਾਬੀ ਪੜ੍ਹੋਗੇ ਤਾਂ 8 ਸਾਲ ਤੱਕ ਪੰਜਾਬੀ ਪੜ੍ਹੋਗੇ, ਨਾਲ ਆਲੇ ਦੁਆਲੇ ਲੋਕ ਕਾਫੀ ਜਿਹੜੇ ਨਾਲ ਤੁਸੀਂ ਪੰਜਾਬੀ ਬੋਲ ਸਕਦੇ ਜੇ, ਅਤੇ ਤੁਸੀਂ ਤੁਹਾਡੀ ਜਿਹੜੀ ਫਲੂਐਂਸੀ ਵੱਧ ਸਕਦੀ ਹੈ। ਫ੍ਰੈਂਚ ਲੋਕ ਤਾਂ ਇੱਥੇ ਹੈ ਹੀ ਨਹੀਂ, ਫ੍ਰੈਂਚ ਲੋਕ ਬਹੁਤ ਘੱਟ ਨੇ। ਤੁਸੀਂ ਤੁਹਾਡੀ ਜਿਹੜੀ ਜਦੋਂ ਤੱਕ ਤੁਸੀਂ ਕੋਈ ਭਾਸ਼ਾ ਬੋਲੋ ਨਾ, ਤੁਸੀਂ ਭਾਸ਼ਾ ਨਹੀਂ ਸਿੱਖ ਸਕਦੇ। ਪੰਜਾਬੀ ਸਿੱਖਣ ਦਾ ਚਾਂਸ ਹੈ, ਕੋਈ ਪੰਜਾਬੀ ਪਾਵਸੋਂ ਹੈ। ਪੰਜਾਬੀ ਵੈਸੇ ਵੀ ਸੈਕੰਡ ਮੋਸਟ ਸਪੋਕਨ ਲੈਂਗੁਏਜ ਹੈ BC ਦੇ ਵਿੱਚ। ਜਿਸ ਕਰਕੇ ਅਸੀਂ ਕਹਿੰਦੇ 5-8 ਸਾਲ ਪੰਜਾਬੀ ਪੜ੍ਹਾਓ ਬੱਚਿਆਂ ਨੂੰ। ਫ੍ਰੈਂਚ ਦਾ ਫਾਇਦਾ ਨਹੀਂ ਹੈ, ਕੋਈ ਵੀ 4 ਸਾਲ ਉਹ ਵੇਸਟ ਜਾਣਗੇ। ਪੰਜਾਬੀ ਪੜ੍ਹਾਓ, 8 ਸਾਲ ਤੱਕ ਫਾਇਦਾ। 8 ਸਾਲ ਪੰਜਾਬੀ ਪੜ੍ਹਨਗੇ, ਉਹ ਬਾਇਲਿੰਗੁਅਲ ਬਣਨਗੇ, ਉਹਨਾਂ ਨਾਲ ਬੋਲੋ ਪੰਜਾਬੀ, ਉਹਨਾਂ ਨੂੰ ਇਨਕਰਜ ਕਰੋ ਪੰਜਾਬੀ ਆਪਣੇ ਆਪਣੀ ਸੱਭਿਅਤਾ ਨਾਲ ਮਿਲਣਗੇ, ਆਪਣੇ ਮਿਊਜ਼ਿਕ ਨੂੰ ਪਸੰਦ ਕਰਨਗੇ। ਅਤੇ ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਪੰਜਾਬੀ ਦੀ 8ਵੀਂ ਤੱਕ ਪੜ੍ਹਨੀ ਚਾਹੀਦੀ ਆ ਆਪਣੇ BC ਸਕੂਲਾਂ ਦੇ ਵਿੱਚ। ਜਦ ਸਾਰੇ ਕੈਨੇਡਾ ਵਿੱਚ ਇੱਕੋ ਹੀ ਸੂਬਾ, ਵਾਹਦ ਇੱਕ ਸੂਬਾ ਜਿੱਥੇ ਕਿ ਇਹ ਲੈਜਿਸਲੇਸ਼ਨ ਹੈਗੀ ਹੈ, ਅਤੇ ਇਹਦਾ ਆਪਣੇ ਲੋਕਾਂ ਨੂੰ ਫਾਇਦਾ ਉਠਾਉਣਾ ਚਾਹੀਦਾ। ਆਪਣੇ ਬੱਚਿਆਂ ਨੂੰ 8 ਸਾਲ ਤੱਕ BC ਸਕੂਲ ਸਿਸਟਮ ਵਿੱਚ ਪੰਜਾਬੀ ਪੜ੍ਹਾਉਣੀ ਚਾਹੀਦੀ ਹੈ। ਮਾਪੇ ਸਕੂਲਾਂ ਵਿੱਚ ਕੀ ਕਰਨ ਜੀ, ਉਹ ਕਹਿਣ ਨਾਲ ਪੰਜਾਬੀ ਲਾਗੂ ਹੋ ਸਕਦੀ ਹੈ? ਹਾਂਜੀ, ਇਹ ਇਸ ਵਾਸਤੇ ਵੀ ਇੱਕ ਪ੍ਰੋਸੀਜਰ, ਤੁਸੀਂ ਚੰਗਾ ਸਵਾਲ ਪੁੱਛਿਆ। ਇਹਦਾ ਮਤਲਬ ਇਹ ਹੈ ਕਿ ਤੁਸੀਂ, ਉਹ ਸਕੂਲ ਵਾਲੇ ਕਹਿੰਦੇ ਨੇ, ਸਾਰੇ ਸਕੂਲ ਬੋਰਡ ਵਾਲੇ ਜਾਂ ਸਾਰੇ ਸਕੂਲ ਬੋਰਡਾਂ ਵਾਲੇ, ਉਹ ਕਹਿੰਦੇ ਕਿ ਸਾਨੂੰ ਤੁਸੀਂ ਮਈ ਤੱਕ, ਅਗਰ ਉਹ ਕਿਸੇ ਸਕੂਲ ਦੇ ਵਿੱਚ ਕਲਾਸ ਚਾਲੂ ਅਜੇ ਤੱਕ ਨਹੀਂ ਹੈ, ਚਾਲੂ ਕਰਾਉਣੀ ਚਾਹੁੰਦੇ ਜੇ, ਅਤੇ ਤੁਸੀਂ ਮਈ ਤੱਕ ਉਹਨਾਂ ਨੂੰ ਲਿਸਟ ਦੇ ਦਿਓ ਤਕਰੀਬਨ 30 ਬੰਦਿਆਂ ਦੀ, 30 ਬੱਚਿਆਂ ਦੀ ਜਾਂ 25 ਬੱਚਿਆਂ ਦੀ। ਜਦੋਂ ਐਕਚੁਅਲੀ ਐਡਮਿਸ਼ਨ ਹੋਏਗੀ ਅਗਸਤ ਦੇ ਵਿੱਚ ਜਾਂ ਸਤੰਬਰ ਦੇ ਵਿੱਚ ਜਾਂ ਜੁਲਾਈ, ਜਦੋਂ ਵੀ ਹੋਈ, ਉਹ ਘੱਟ ਤੋਂ ਘੱਟ 20 ਸਟੂਡੈਂਟ ਹੋ ਜਾਣਗੇ ਅਤੇ 20 ਬੱਚਿਆਂ ਨਾਲ ਉਹ ਕਲਾਸ ਸ਼ੁਰੂ ਕਰ ਦੇਣਗੇ ਪੰਜਾਬੀ। ਇਹ ਕਿਹੜੀ ਕਲਾਸ ਦੇ ਬੱਚਿਆਂ ਦੇ ਮਾਪੇ ਬੇਨਤੀ ਕਰ ਸਕਦੇ ਆ ਉੱਥੇ? ਉੱਥੇ ਜਿਹੜੇ ਹੁਣ ਬੱਚੇ ਚੌਥੀ 'ਚ ਨੇ, ਉਹਨਾਂ ਨੇ ਅਗਲੇ ਸਾਲ 5ਵੀਂ ਹੋਣਾ ਸਤੰਬਰ 'ਚ। ਉਹ ਜਿਹੜੇ ਬੱਚੇ, ਉਹਨਾਂ ਨੂੰ ਮਤਲਬ ਉਹਨਾਂ ਦੀ ਲਿਸਟ ਬਣਾ ਕੇ, ਤਾਂ ਕਿ ਜਦੋਂ 5ਵੀਂ 'ਚ ਹੋਣ ਅਤੇ 5ਵੀਂ ਦੇ ਵਿੱਚ ਜਦੋਂ ਸੈਕੰਡ ਲੈਂਗੁਏਜ ਚੁਣਨ, ਪੰਜਾਬੀ ਚੁਣਨ, ਅਤੇ ਉਹ ਮਈ ਤੱਕ ਇਹ ਲਿਸਟ ਜਿਹੜੀ ਇਹਦਾ ਸਕੂਲ ਬੋਰਡਾਂ ਨੂੰ ਪਹੁੰਚ ਜਾਣੀ ਚਾਹੀਦੀ ਹੈ, ਤਾਂ ਕਿ ਉਹ ਇੱਕ ਟੀਚਰ ਦਾ ਇੰਤਜ਼ਾਮ ਕਰ ਸਕਣ। ਕੈਨੇਡਾ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਜਾਂ ਨਾਮੀ ਯੂਨੀਵਰਸਿਟੀ ਮੰਨੀ ਜਾਂਦੀ ਹੈ ਯੂਨੀਵਰਸਿਟੀ ਬ੍ਰਿਟਿਸ਼ ਕੋਲੰਬੀਆ, ਤੁਸੀਂ ਉੱਥੇ ਪੜ੍ਹਾਉਂਦੇ ਰਹੇ ਆ, ਦੱਸੋਗੇ ਉੱਥੇ ਪੰਜਾਬੀ ਦਾ ਕਿਸ ਤਰੀਕੇ ਨਾਲ ਉੱਥੇ ਪੜ੍ਹਾਈ ਜਾਂਦੀ ਜਾਂ ਕੀ ਸਕੋਪ ਹੈ ਜੀ? ਉੱਥੇ ਜੀ ਮੈਂ ਤੇ ਬਾਈ ਜਾਂ ਜਿਸ ਤਰ੍ਹਾਂ ਹੁੰਦਾ ਇੱਕ ਆਪਸ਼ਨਲ ਟੀਚਰ, ਸਿਰਫ ਪੰਜਾਬੀ ਅਡਲਟਸ ਵਾਸਤੇ ਮੈਂ ਪੜ੍ਹਾਉਂਦਾ ਸੀ, ਅਡਲਟਸ ਨੂੰ। ਅਤੇ ਉਹਦੇ ਵਿੱਚ ਤੇ ਉਹਦੇ ਵਿੱਚ ਮੈਂ ਪੂਰਾ ਜਿਹੜਾ ਜ਼ੋਰ ਲਾਉਂਦਾ ਸੀ, ਖਾਲੀ ਸਪੀਕਿੰਗ ਨਹੀਂ ਸੀ ਸਿਖਾਉਂਦਾ, ਪੂਰਾ ਜਿਹਨੂੰ ਪੰਜਾਬੀ ਸਕ੍ਰਿਪਟ ਵੀ ਸਿਖਾਉਂਦੀ ਸੀ ਪੂਰੀ, ਉੜਾ ਅੜਾ ਕਰਕੇ ਸਾਰਾ ਪੂਰੀ। ਅਤੇ 3 ਸਮੈਸਟਰ ਤੱਕ ਮੈਂ ਉੱਥੇ ਪੜ੍ਹਾਇਆ ਸਿਰਫ ਅਡਲਟਸ ਨੂੰ। ਅਤੇ ਉੱਥੇ ਮੈਂ ਦੇਖਿਆ ਕੋਈ ਪੰਜਾਬੀ ਓਰੀਜਨ ਦੇ ਕੋਈ ਬੱਚੇ ਹੁੰਦੇ ਸੀ, ਮੈਂ ਬੜਾ ਹੈਰਾਨ ਹੁੰਦਾ ਸੀ, ਉਹਨਾਂ ਦਾ ਐਕਸੈਂਟ ਬੜਾ ਅਜੀਬ ਜਿਹਾ। ਇੱਕ ਵਾਰੀ ਇੱਕ ਲੜਕੀ ਆਈ, ਉਹ ਬ੍ਰਿਟਿਸ਼ ਬੋਲਦੀ ਸੀ। ਮੈਂ ਕਿਹਾ ਤੂੰ ਪੰਜਾਬੀ ਕਿਸ ਤਰ੍ਹਾਂ ਬੜੀ ਅਜੀਬ ਜਿਹੀ ਬੋਲ ਰਹੀ ਹੈ? ਕਹਿੰਦੀ ਮੇਰੇ ਪੇਰੈਂਟਸ ਨੇ, ਬੜੀ ਰੋਣ ਆ ਗਈ, ਕਹਿੰਦੀ ਮੇਰੇ ਪੇਰੈਂਟਸ ਨੇ ਨੈਵਰ, ਕਦੀ ਇਨਕਰਜ ਨਹੀਂ ਕੀਤਾ ਕਿ ਉਹ ਪੰਜਾਬੀ ਘਰ ਵਿੱਚ ਬੋਲਣ। ਇਸ ਕਰਕੇ ਮੈਂ ਪੰਜਾਬੀ ਬੋਲਣਾ ਨਹੀਂ ਸਕਦੀ, ਮੈਨੂੰ ਕੋਈ ਜਿਹੜਾ ਨਾ ਪੰਜਾਬੀ ਦਾ ਜਿਹੜਾ ਲਹਿਜ਼ਾ ਉਹਦਾ ਨਹੀਂ ਆਉਂਦਾ। ਅੱਛਾ, ਬਹੁਤ ਬਹੁਤ ਸ਼ੁਕਰੀਆ ਕੁਲਦੀਪ ਏਲੀਆ ਜੀ, ਮਿਹਰਬਾਨੀ, ਥੈਂਕ ਯੂ ਵੈਰੀ ਮਚ। ਇੱਕ ਵਾਰ ਮੈਂ ਲਾਸਟ ਵਰਡ ਕਹਿਣਾ ਚਾਹਾਂਗਾ ਕਿ ਪੇਰੈਂਟਸ ਨੂੰ ਇਹ ਸਮਝਣਾ ਚਾਹੀਦਾ ਕਿ ਇਹਦੇ ਫਾਇਦੇ ਸਿਰਫ ਸੋਸ਼ਲੀ ਫਾਇਦੇ ਨਹੀਂ ਹੈ, ਇਹਦੇ ਇੱਕ ਇਕਨੋਮਿਕ ਫਾਇਦੇ ਵੀ ਹਨ। ਕਿਉਂਕਿ ਸਾਡੇ ਪੰਜਾਬ ਜਦੋਂ ਤੁਸੀਂ ਇਹ ਆਪਣੇ ਪੰਜਾਬੀ ਬੱਚਿਆਂ ਨੂੰ ਆਉਂਦੀ ਹੋਏਗੀ ਨਾ, ਉਹਨਾਂ ਦੀ ਨੌਕਰੀ ਦੇ ਚਾਂਸ ਵੀ ਵੱਧਦੇ ਆ, ਉਹਨਾਂ ਦਾ ਆਪਣਾ ਬਿਜ਼ਨਸ ਪੰਜਾਬੀ ਕਰਨ ਦਾ ਵੀ ਚਾਂਸ ਵੱਧਦੇ ਆ। ਕਿਉਂਕਿ ਸਾਡੀ ਜਿਹੜੀ ਪੰਜਾਬੀ ਕਮਿਊਨਿਟੀ ਹੈ ਨਾ, ਉਹਨਾਂ ਦੀ ਜਿਹੜੀ ਪਰਚੇਜ਼ਿੰਗ ਪਾਵਰ, ਬਾਇੰਗ ਪਾਵਰ ਸਭ ਤੋਂ ਜ਼ਿਆਦਾ ਕੈਨੇਡਾ ਦੇ ਵਿੱਚ, ਉਹ ਆਪਣੇ ਵਿੱਚ ਬਿਜ਼ਨਸ ਵੀ ਕਰ ਸਕਦੇ। ਔਰ ਦਿਮਾਗੀ ਫਾਇਦੇ ਤਾਂ ਜਿਹਦਾ ਕੋਈ ਹਿਸਾਬ ਹੀ ਕੋਈ ਨਹੀਂ। ਸਾਰੀ ਉਮਰ ਵਾਸਤੇ ਤੁਸੀਂ ਅੱਗੇ ਬੱਚਿਆਂ ਨੂੰ ਇੱਕ ਬੜੀ ਤਗੜੀ ਗਿਫਟ ਦੇ ਸਕਦੇ ਹੋ। ਬੱਚੇ ਤੇਜ਼ ਤਰਾਰ ਹੋਣਗੇ, ਉਹਨਾਂ ਦੀ ਰਚਨਾਤਮਕਤਾ ਵਧੇਗੀ, ਕ੍ਰੀਏਟਿਵ ਹੋਣਗੇ, ਮੋਰ ਜ਼ਿੰਦਗੀ ਵਿੱਚ ਬਹੁਤ ਕਾਮਯਾਬ ਹੋਣਗੇ, ਮੋਰ ਬੋਲਡ ਹੋਣਗੇ,
ਤੇ ਉਹ ਤੁਸੀਂ ਇਹ ਜਿਹੜੀ ਨਾ ਇਹ ਗਿਫਟ ਦੇਣੀ ਉਹਨਾਂ ਨੂੰ ਨਾ ਭੁੱਲੋ। ਇਹ ਤੁਹਾਡੇ ਹੱਥ ਵਿੱਚ ਆ। ਬੱਚਿਆਂ ਨੂੰ ਤੁਸੀਂ ਟ੍ਰੇਨਿੰਗ ਦਿਓ, ਬੱਚਿਆਂ ਨੂੰ ਤੁਸੀਂ ਸਕੂਲ ਵਿੱਚ ਪਾਓ। 8 ਸਾਲਾਂ ਤੱਕ ਜਿਹੜਾ ਚਾਂਸ ਮਿਲਿਆ BC ਗਵਰਨਮੈਂਟ ਨੇ ਦਿੱਤਾ, ਉਹਦਾ ਪੂਰਾ ਫਾਇਦਾ ਉਠਾਓ। ਅਸੀਂ ਤਾਂ ਸਗੋਂ ਇਹ ਵੀ ਕਰਾਂਗੇ ਕਿ ਬਾਕੀ ਸਟੇਟਾਂ ਵਿੱਚ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹੋ ਜਿਹੀ ਲੈਜਿਸਲੇਸ਼ਨ ਹੋ ਜਾਏ, ਤੇ BC ਵਿੱਚ ਆਲਰੇਡੀ ਹੈ, ਤੇ ਕਿਰਪਾ ਕਰਕੇ ਇਹਦਾ ਫਾਇਦਾ ਉਠਾਓ। ਬਹੁਤ ਬਹੁਤ ਮਿਹਰਬਾਨੀ ਜੀ। ਦੋਸਤੋ, ਅਸੀਂ ਕੁਲਦੀਪ ਪੇਲੀਆ ਜੀ ਦੇ ਨਾਲ ਗੱਲਬਾਤ ਕੀਤੀ ਆ। ਪੰਜਾਬੀ ਭਾਸ਼ਾ ਸਿੱਖਣੀ ਬਹੁਤ ਜ਼ਰੂਰੀ ਆ। ਸਾਡੀ ਮਾਂ ਬੋਲੀ ਪੰਜਾਬੀ ਆ, ਅਸੀਂ ਪੰਜਾਬ ਦੇ ਵਿੱਚੋਂ ਆਏ ਆ। ਇੱਥੋਂ ਦੇ ਜੰਪਲ ਬੱਚਿਆਂ ਦੀ ਮਾਂ ਬੋਲੀ ਪੰਜਾਬੀ ਨਹੀਂ ਆ, ਭਾਵੇਂ ਕਿ ਉਹਨਾਂ ਦੀਆਂ ਮਾਵਾਂ ਪੰਜਾਬੀ ਬੋਲਦੀਆਂ, ਉਹਨਾਂ ਦੀ ਮਾਂ ਬੋਲੀ ਉੱਥੇ ਦੇ ਮਾਹੌਲ ਦੇ ਅਨੁਸਾਰ ਬਣਨੀ ਆ। ਕਈ ਵਾਰੀ ਬਹੁਤਿਆਂ ਦੀ ਪੰਜਾਬੀ ਦੂਜੀ ਭਾਸ਼ਾ ਬਣ ਜਾਂਦੀ ਆ, ਪਰ ਇਸ ਭਾਸ਼ਾ ਦੇ ਨਾਲ ਜਿੱਥੇ ਉਹ ਆਪਣੇ ਸੱਭਿਆਚਾਰ ਦੇ ਨਾਲ, ਆਪਣੇ ਇਤਿਹਾਸ ਦੇ ਨਾਲ ਜ਼ਿਆਦਾ ਚੰਗੀ ਤਰ੍ਹਾਂ ਜੁੜ ਸਕਦੇ ਆ, ਉਹਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝ ਸਕਦੇ ਆ, ਉੱਥੇ ਕੈਨੇਡਾ ਦੇ ਖਾਸ ਕਰ ਬ੍ਰਿਟਿਸ਼ ਕੋਲੰਬੀਆ ਵਰਗੇ ਸੂਬੇ ਦੇ ਵਿੱਚ ਨੌਕਰੀਆਂ, ਕੰਮ ਦੇ ਚਾਂਸਸ ਬਹੁਤ ਜ਼ਿਆਦਾ ਵੱਧ ਜਾਂਦੇ ਆ ਜੇਕਰ ਤੁਹਾਨੂੰ ਪੰਜਾਬੀ ਚੰਗੀ ਤਰ੍ਹਾਂ ਆਉਂਦੀ ਆ ਅੰਗਰੇਜ਼ੀ ਦੇ ਨਾਲ ਨਾਲ। ਇੱਥੋਂ ਦੇ ਸਕੂਲਾਂ ਦੇ ਵਿੱਚ ਮਾਪੇ ਖਾਸ ਤੌਰ 'ਤੇ ਬੇਨਤੀ ਕਰ ਸਕਦੇ ਆ, ਉਹਨਾਂ ਨੂੰ ਰਿਕੁਐਸਟ ਕਰ ਸਕਦੇ ਆ, ਉਹਨਾਂ ਸਕੂਲਾਂ ਦੇ ਵਿੱਚ ਵੀ ਪੰਜਾਬੀ ਪੜ੍ਹਾਈ ਜਾ ਸਕਦੀ ਹੈ ਜਿੱਥੇ ਅਜੇ ਪੰਜਾਬੀ ਨਹੀਂ ਪੜ੍ਹਾਈ ਜਾ ਰਹੀ। ਕੈਮਰਾਮੈਨ ਅਮਿਤ ਮਨੇਸਰ ਨਾਲ ਜਸਕਰਨ, ਚੈਨਲ ਪੰਜਾਬੀ, ਸਰੀ। ਤੇ ਪ੍ਰੋਗਰਾਮ ਦੇ ਆਖਰ ਵਿੱਚ ਦੇਖਦੇ ਹਾਂ ਗੱਲ ਅੱਜ ਦੀ। ਗੱਲ ਅੱਜ ਦੀ ਗੱਲ ਇੱਕ ਚੰਗੀ ਖਬਰ ਇਹ ਆ ਕਿ ਜਦੋਂ ਦਾ ਕੋਵਿਡ ਪੈਂਡੈਮਿਕ ਸ਼ੁਰੂ ਹੋਈ ਆ ਉਦੋਂ ਦੀਆਂ ਬਹੁਤ ਸਾਰੀਆਂ ਮਾੜੀਆਂ ਖਬਰਾਂ ਹੀ ਆਉਂਦੀਆਂ ਰਹਿੰਦੀਆਂ। ਅੱਜ ਚੰਗੀ ਖਬਰ ਇਹ ਆਈ ਆ ਕਿ ਕੈਨੇਡਾ ਦਾ ਇੱਕ ਸੂਬਾ ਸਸਕਾਚਵਿਨ ਕੈਨੇਡਾ ਦਾ ਪਹਿਲਾ ਸੂਬਾ ਬਣ ਗਿਆ ਜਿਹਨੇ ਪ੍ਰੂਫ ਆਫ ਵੈਕਸੀਨੇਸ਼ਨ ਤੇ ਨੈਗੇਟਿਵ ਟੈਸਟ ਦੀ ਰਿਕੁਆਇਰਮੈਂਟ ਨੂੰ ਖਤਮ ਕਰ ਦਿੱਤਾ। 14 ਫਰਵਰੀ ਤੋਂ ਕੈਨੇਡਾ ਦੇ ਸੂਬੇ ਸਸਕਾਚਵਿਨ ਵਿੱਚ ਵੈਕਸੀਨੇਸ਼ਨ ਦਾ ਪ੍ਰੂਫ ਜਾਂ ਕੋਵਿਡ ਨੈਗੇਟਿਵ ਟੈਸਟ ਦੀ ਰਿਕੁਆਇਰਮੈਂਟ ਖਤਮ ਹੋ ਜਾਣੀ ਹੈ। ਕੈਨੇਡਾ ਦਾ ਇਹ ਪਹਿਲਾ ਸੂਬਾ ਹੈ ਜਿਹੜਾ ਇਸ ਕਿਸਮ ਦੀ ਅਨਾਊਂਸਮੈਂਟ ਕਰ ਰਿਹਾ ਆ। ਕਿਸੇ ਵੀ ਪਬਲਿਕ ਵੈਨਿਊ ਦੇ ਵਿੱਚ, ਰੈਸਟੋਰੈਂਟਸ ਦੇ ਵਿੱਚ ਜਾਂ ਬਾਰਸ ਦੇ ਵਿੱਚ ਜਾਣ ਦੇ ਲਈ ਤੁਹਾਨੂੰ ਪ੍ਰੂਫ ਆਫ ਵੈਕਸੀਨੇਸ਼ਨ ਨਹੀਂ ਦਿਖਾਉਣਾ ਪਊਗਾ। ਇਹ ਅਨਾਊਂਸਮੈਂਟ ਅੱਜ ਸਕਾਟ ਮੋ ਸਸਕਾਚਵਿਨ ਦੇ ਪ੍ਰੀਮੀਅਰ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਮੰਗਲਵਾਰ ਸਵੇਰੇ, ਤੇ ਉਹਨਾਂ ਨੇ ਇਹ ਅਨਾਊਂਸ ਕਰ ਦਿੱਤਾ। ਗੱਲ ਉਹਨਾਂ ਨੇ ਇਹ ਕਹੀ ਆ ਕਿ ਇੱਕ ਪਾਸੇ ਵੈਕਸੀਨੇਸ਼ਨ ਜਾਂ ਪ੍ਰੂਫ ਆਫ ਵੈਕਸੀਨੇਸ਼ਨ ਦੇ ਸਾਡੇ ਕੋਲ ਬੈਨੀਫਿਟਸ ਆ, ਦੂਜੇ ਪਾਸੇ ਇਹਨੂੰ ਲਾਗੂ ਕਰਨ ਦੇ ਵਿੱਚ ਜਿੰਨੀ ਕਾਸਟ ਆ, ਇਹਨਾਂ ਦੋਵਾਂ ਨੂੰ ਜਦੋਂ ਅਸੀਂ ਪਲੜੇ 'ਚ ਪਾ ਕੇ ਤੋਲ ਕੇ ਦੇਖਦੇ ਹਾਂ ਤਾਂ ਸਾਨੂੰ ਇੱਦਾਂ ਲੱਗਦਾ ਵੀ ਜਿਹੜਾ ਪ੍ਰੂਫ ਆਫ ਵੈਕਸੀਨੇਸ਼ਨ ਵਾਲਾ ਮਾਮਲਾ ਭਾਰੀ ਆ, ਮਹਿੰਗਾ ਪੈਂਦਾ, ਇਸ ਕਰਕੇ ਅਸੀਂ ਇਹਨੂੰ ਬੰਦ ਕਰ ਰਹੇ ਹਾਂ। ਇੱਥੇ ਤੱਕ ਗੱਲਬਾਤ ਠੀਕ ਮੰਨੀ ਜਾ ਸਕਦੀ ਆ ਕਿ ਪ੍ਰੂਫ ਆਫ ਵੈਕਸੀਨੇਸ਼ਨ ਨੂੰ ਬੰਦ ਕਰ ਦੇਣਾ, ਕਿਉਂਕਿ ਹੁਣ ਵੈਕਸੀਨੇਸ਼ਨ ਬਹੁਤ ਜ਼ਿਆਦਾ ਹੋ ਗਈ ਆ ਅਤੇ ਹੌਲੀ ਹੌਲੀ ਬਾਕੀ ਜਿਹੜੀਆਂ ਰਿਸਟ੍ਰਿਕਸ਼ਨਸ ਆ ਉਹ ਵੀ ਚੱਕ ਦੇਣੀਆਂ। ਇੱਕ ਰਿਸਟ੍ਰਿਕਸ਼ਨ ਉੱਥੇ ਰਹਿ ਗਈ ਆ ਸਿਰਫ ਮਾਸਕ ਦੀ, ਇੰਡੋਰ ਮਾਸਕ ਦੀ, ਉਹ ਵੀ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਫਰਵਰੀ ਦੇ ਆਖਰ ਤੱਕ ਖਤਮ ਕਰ ਦੇਣੀ ਆ। ਜਦੋਂ ਤੱਕ ਉਹਦਾ ਟਾਈਮ ਹੈਗਾ ਉਹ ਕਹਿੰਦੇ ਅਸੀਂ ਇਹਨੂੰ ਰੀਨਿਊ ਨਹੀਂ ਕਰਨਾ, ਭਾਵ ਅੱਗੇ ਨਹੀਂ ਕਰਨਾ। ਸੋ ਮੰਨ ਕੇ ਚੱਲਿਆ ਜਾਵੇ ਕਿ ਫਰਵਰੀ ਦੇ ਆਖਰ ਤੱਕ ਸਸਕਾਚਵਿਨ ਦੇ ਵਿੱਚ ਇੰਡੋਰ ਮਾਸਕ ਵੀ ਜ਼ਰੂਰੀ ਨਹੀਂ ਰਹਿਣਾ। ਇੱਥੇ ਇੱਕ ਜਿਹੜੀ ਖਾਸ ਗੱਲ ਧਿਆਨ ਦੇਣ ਵਾਲੀ ਹੈ, ਜਿਹੜੀ ਸਕਾਟ ਮੋ ਸਸਕਾਚਵਿਨ ਦੇ ਪ੍ਰੀਮੀਅਰ ਨੇ ਕਹੀ ਆ ਕਿ ਇਸ ਚੀਜ਼ ਨੇ, ਵੈਕਸੀਨ ਦੀ ਪਾਲਿਸੀ ਨੇ ਜਾਂ ਕੋਵਿਡ-19 ਦੀ ਟੈਸਟ ਦੀ ਪਾਲਿਸੀ ਨੇ ਇੱਕ ਸਿਟੀਜ਼ਨਸ ਦੇ ਵਿੱਚ ਡਿਵੀਜ਼ਨ ਪੈਦਾ ਕਰ ਦਿੱਤੀ ਹੈ ਕਿ ਜਿਹੜੀ ਉਹਨਾਂ ਨੇ ਜਿਹੜਾ ਸ਼ਬਦ ਵਰਤਿਆ ਕਿ ਇਹਨੇ 2 ਕਲਾਸਿਸ ਆਫ ਸਿਟੀਜ਼ਨ ਕ੍ਰੀਏਟ ਕਰ ਦਿੱਤੀਆਂ, ਜਿਹੜੀ ਆਪਣੇ ਆਪ ਦੇ ਵਿੱਚ ਬਹੁਤ ਹੈਰਾਨੀ ਵਾਲੀ ਗੱਲ ਆ ਕਿ ਇਹ ਸਿੱਧੀ ਵੈਕਸੀਨ ਦੀ ਪਾਲਿਸੀ ਦੀ ਕੈਨੇਡਾ ਦੀ ਆਲੋਚਨਾ ਵੀ ਆ। ਇਹ ਉਸ ਵੇਲੇ ਸਟੇਟਮੈਂਟ ਆ ਰਹੀ ਹੈ ਜਦੋਂ ਜਿਹੜਾ ਟਰੱਕ ਕੌਨਵਾਏ ਉੱਥੇ ਜਾ ਕੇ ਆਟਵਾ ਦੇ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਿਹਾ, ਇਸ ਮਾਮਲੇ ਦੇ ਉੱਤੇ ਵੀ ਮੈਂਡੇਟ ਖਤਮ ਹੋਣੇ ਚਾਹੀਦੇ ਆ। ਇਹ ਗੱਲ ਵੀ ਦੱਸਦੀ ਆ ਕਿ ਸ਼ੁਰੂ ਦੇ ਵਿੱਚ ਜਦੋਂ ਵੈਕਸੀਨ ਪਾਸਪੋਰਟ ਜ਼ਰੂਰੀ ਕੀਤੇ ਗਏ ਸੀ ਉਦੋਂ ਜਿਹੜੀ ਲੋਕਾਂ ਨੇ ਆਲੋਚਨਾ ਕੀਤੀ ਸੀ, ਇਹਦਾ ਭਾਵ ਇਹ ਆ ਕਿ ਬਹੁਤੀਆਂ ਸਰਕਾਰਾਂ ਨੇ ਇਹ ਮੰਨ ਲਿਆ ਸੀ ਕਿ ਇਸ ਤਰ੍ਹਾਂ ਅਸੀਂ ਜ਼ਰੂਰੀ ਕਰ ਦਿੰਦੇ ਹਾਂ, ਪਰ ਇਹਦੇ ਨਾਲ ਲੋਕਾਂ ਦੇ ਵਿੱਚ ਡਿਵੀਜ਼ਨ ਕ੍ਰੀਏਟ ਹੋ ਰਹੀ ਹੈ। ਇਹ ਗੱਲ ਉਹ ਅੱਜ ਮੰਨ ਰਹੇ ਆ। ਉਹ ਕਹਿੰਦੇ ਹੁਣ ਵੇਲਾ ਆ ਗਿਆ ਕਿ ਅਸੀਂ ਸਾਰਿਆਂ ਨੂੰ ਬਰਾਬਰ ਦਾ ਟਰੀਟ ਕਰੀਏ, ਚਾਹੇ ਉਹਨੇ ਵੈਕਸੀਨ ਲਵਾਈ ਹੈ ਅਤੇ ਚਾਹੇ ਉਹਨੇ ਵੈਕਸੀਨ ਨਹੀਂ ਲਵਾਈ। ਅਤੇ ਇਸ ਮਾਮਲੇ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਕਿ ਸਿਟੀਜ਼ਨਸ ਨੂੰ ਇੱਕ ਪੂਰਾ ਪਲਾਨ ਦਿੱਤਾ ਜਾ ਰਿਹਾ ਕਿ ਜਿਸ ਤਰ੍ਹਾਂ ਸਸਕਾਚਵਿਨ ਦੇ ਵਿੱਚ ਨੰਬਰ ਆਫ ਕੇਸਿਸ ਘਟ ਰਹੇ ਆ ਅਤੇ ਉਹਦੇ ਤੋਂ ਬਾਅਦ ਇਹਨੂੰ ਸਾਰੇ ਨੂੰ ਠੀਕ ਠਾਕ ਕੀਤਾ ਜਾਊਗਾ। ਹੈਲਥ ਸਸਕਾਚਵਿਨ ਜਿਹੜਾ ਪ੍ਰੂਫ ਆਫ ਵੈਕਸੀਨੇਸ਼ਨ ਤੇ ਜਿਹੜਾ ਰੈਕਡ ਆ ਜਾਂ QR ਕੋਡ ਆ, ਜਿਸ ਬੰਦੇ ਨੇ ਬਾਹਰਲੀ ਕਿਸੇ ਜਿਊਰਿਸਡਿਕਸ਼ਨ ਦੇ ਵਿੱਚ ਜਾਣਾ, ਕਿਤੇ ਹੋਰ ਟਰੈਵਲ ਕਰਨਾ, ਉਹਦੇ ਲਈ ਉਹ ਇਸ ਚੀਜ਼ ਨੂੰ ਕੰਟੀਨਿਊ ਕਰਨਗੇ। ਬੂਸਟਰ ਸ਼ਾਟ ਵੀ ਉਹਨਾਂ ਨੇ ਅਨਾਊਂਸ ਕੀਤਾ ਹੈ ਕਿ 12 ਤੋਂ 17 ਸਾਲਾਂ ਵਾਲੇ ਬੂਸਟਰ ਸ਼ਾਟ ਲਵਾ ਸਕਦੇ ਆ। ਅਤੇ ਜਿਹੜੀ 6 ਫਰਵਰੀ ਨੂੰ ਰੀਸੈਂਟ ਅਪਡੇਟ ਆ ਸਸਕਾਚਵਿਨ ਦੀ ਕੋਵਿਡ-19 ਦੇ ਮਾਮਲੇ ਦੇ ਵਿੱਚ, ਉਹ ਡੈਸ਼ਬੋਰਡ ਜਿਹੜਾ ਦੱਸ ਰਿਹਾ ਹੈ ਕਿ 9223 ਐਕਟਿਵ ਕੇਸਿਸ, 332 ਲੋਕ ਹਸਪੀਟਲ ਦੇ ਵਿੱਚ ਆ ਅਤੇ ਹੁਣ ਤੱਕ 1012 ਮੌਤਾਂ ਹੋ ਚੁੱਕੀਆਂ।
ਇਸ ਖਬਰ ਦੇ ਨਾਲ ਜੋੜ ਕੇ ਇੱਕ ਹੋਰ ਖਬਰ ਨੂੰ ਦੇਖਿਆ ਜਾ ਸਕਦਾ ਕਿ ਇਸ ਚੀਜ਼ ਨੂੰ, ਜਿਹੜੀ ਗੱਲ ਇਹਨਾਂ ਨੇ ਕਹੀ ਹੈ ਸਕਾਟ ਮੋ ਨੇ, ਕਿ ਇਹ ਡਿਵੀਜ਼ਨ ਪੈਦਾ ਕਰ ਰਹੀ ਹੈ ਸਿਟੀਜ਼ਨਸ ਦੇ ਵਿੱਚ। ਲਿਬਰਲ ਮੈਂਬਰ ਪਾਰਲੀਮੈਂਟ ਜੋ ਲਾਈਟਬਾਉਂਡ, ਜਿਹੜੇ ਕੁਬਿਕ ਤੋਂ ਲਿਬਰਲ ਪਾਰਟੀ ਦੇ ਮੈਂਬਰ ਪਾਰਲੀਮੈਂਟ ਆ, ਉਹਨਾਂ ਨੇ ਆਪਣੀ ਸਰਕਾਰ ਦੀ ਆਲੋਚਨਾ ਕੀਤੀ ਆ। ਆਪਣੀ ਸਰਕਾਰ ਦੀ ਕੋਵਿਡ-19 ਨੂੰ ਅਪਰੋਚ ਨੂੰ ਲੈ ਕੇ ਸਿੱਧੀ ਆਲੋਚਨਾ ਜਸਟਿਨ ਟਰੂਡੋ ਹੋਣਾ ਦੀ ਕੀਤੀ ਆ ਕਿ ਹੁਣ ਸਰਕਾਰ ਨੂੰ ਕੈਨੇਡੀਅਨਸ ਨੂੰ ਡਿਵਾਈਡ ਕਰਨ ਤੋਂ ਰੁਕ ਜਾਣਾ ਚਾਹੀਦਾ। ਉਹਨਾਂ ਨੇ ਜਿਹੜਾ ਕਿਹਾ ਕਿ ਸਟਾਪ ਡਿਵਾਈਡਿੰਗ ਕੈਨੇਡੀਅਨਸ। ਇਹ ਹੁਣ ਮਾਮਲਾ ਕਿੱਥੋਂ ਸਾਹਮਣੇ ਆ ਗਿਆ ਕਿ ਇਸ ਵੈਕਸੀਨ ਦੇ ਮਾਮਲੇ ਦੇ ਉੱਤੇ ਲੋਕ ਵੰਡੇ ਜਾ ਰਹੇ ਆ ਤੇ ਸਿੱਧੀ ਆਲੋਚਨਾ ਲਿਬਰਲ ਪਾਰਟੀ ਦੇ ਆਪਣੇ ਮੈਂਬਰ ਪਾਰਲੀਮੈਂਟ ਇਸ ਮਾਮਲੇ ਦੇ ਵਿੱਚ ਕਰ ਰਹੇ ਆ। ਅੱਜ ਸਵੇਰੇ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਕਹੀ ਆ ਕਿ ਪ੍ਰਾਈਮ ਮਿਨਿਸਟਰ ਟਰੂਡੋ ਤੇ ਲਿਬਰਲ ਸਰਕਾਰ ਨੂੰ ਹੁਣ ਇਹ ਬੰਦ ਕਰ ਦੇਣਾ ਚਾਹੀਦਾ ਕਿ ਉਹ ਕੈਨੇਡੀਅਨਸ ਨੂੰ ਆਪਸ ਦੇ ਵਿੱਚ ਵੰਡਣਾ ਬੰਦ ਕਰ ਦੇਣ। ਔਰ ਇਹ ਉਸ ਵੇਲੇ ਗੱਲਬਾਤ ਸਾਰੀ ਸਾਹਮਣੇ ਆ ਰਹੀ ਹੈ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਿਹੜਾ ਫਰੀਡਮ ਕਨਵੋਏ ਆ ਉਹਨਾਂ ਦੇ ਉੱਤੇ ਬਹੁਤ ਸਖਤ ਸ਼ਬਦ ਵਰਤੇ ਆ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਇਹ ਬਹੁਤ ਸ਼ਰਮਨਾਕ ਗੱਲ ਆ ਕਿ ਜਿਸ ਤਰੀਕੇ ਦੇ ਨਾਲ ਜਿਸ ਤਰ੍ਹਾਂ ਦਾ ਵਿਹਾਰ ਉੱਥੇ ਕੀਤਾ ਜਾ ਰਿਹਾ। ਲਿਬਰਲ ਮੈਂਬਰ ਪਾਰਲੀਮੈਂਟ ਵੱਲੋਂ ਆਪਣੀ ਸਰਕਾਰ ਦੀ ਆਲੋਚਨਾ ਕਰਕੇ ਇਹ ਕਹਿਣਾ ਕਿ ਇਹ ਡਿਵਾਈਡ ਕਰ ਰਿਹਾ ਕੈਨੇਡੀਅਨਸ ਨੂੰ। ਦੂਜੇ ਪਾਸੇ ਸਸਕਾਚਮਨ ਦੇ ਵਿੱਚ ਵੈਕਸੀਨ ਦੇ ਪ੍ਰੂਫ ਤੇ ਨੈਗੇਟਿਵ ਟੈਸਟ ਨੂੰ ਬੰਦ ਕਰਨ ਤੋਂ ਬਾਅਦ ਇਹ ਕਹਿਣਾ ਕਿ ਇਹਦੇ ਨਾਲ ਡਿਵੀਜ਼ਨ ਪੈਦਾ ਹੋ ਰਹੀ ਸੀ। ਇਹ ਸੱਚਮੁੱਚ ਇੱਕ ਸੋਚਣ ਵਾਲੀ ਗੱਲ ਹੈ ਕਿ ਜਿਹੜੀਆਂ ਪਾਲਿਸੀਆਂ ਇਸ ਕੋਵਿਡ-19 ਦੌਰਾਨ ਲਿਬਰਲ ਸਰਕਾਰ ਨੇ ਬਣਾਈਆਂ ਸੀ, ਸਹੀ ਸੀ ਜਾਂ ਗਲਤ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।